ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਸੌਰੀ ਮੈਂ ਤੁਹਾਡੇ ਸਾਰਿਆਂ ਨਾਲ ਅੱਜ ਜਿਹੜਾ ਸੈਕੰਡ ਚੈਪਟਰ ਹੈ ਇਸ ਕਿਤਾਬ ਦਾ ਬਹੁਤ ਖੂਬਸੂਰਤ ਕਿਤਾਬ ਹੈ ਯੂ ਕੈਨ ਵਿਨ ਇਹਦੇ ਬਾਰੇ ਗੱਲ ਕਰ ਸਕਾਂ ਤੇ ਇਸ ਚੈਪਟਰ ਦਾ ਟਾਈਟਲ ਹੈਗਾ ਸਫਲਤਾ ਹੈ ਨਾ। ਸਭ ਤੋਂ ਪਹਿਲੀ ਗੱਲ ਜਿਹੜੀ ਲੇਖਕ ਇਸ ਚੈਪਟਰ ਦੇ ਵਿੱਚ ਕਹਿ ਰਿਹਾ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਕੁਝ ਲੋਕਾਂ ਦੀ ਲਾਈਫ ਨੂੰ ਸਟੱਡੀ ਕਰੋਗੇ ਜਿਹੜੇ ਸਫਲ ਹੋਏ ਆ ਤਾਂ ਤੁਹਾਨੂੰ ਸਮਝ ਆਊਗਾ ਕਿ ਉਹਨਾਂ ਦੇ ਵਿੱਚ ਕੁਝ ਸਿਧਾਂਤ ਇਹੋ ਜਿਹੇ ਹੋਣਗੇ ਜਿਹੜੇ ਕਿ ਕਾਮਨ ਹੋਣਗੇ, ਰਾਈਟ। ਜ਼ਰੂਰੀ ਨਹੀਂ ਹੈ ਕਿ ਸਿਰਫ ਉਹੀ ਇਨਸਾਨ ਸਫਲ ਹੋਏ ਜਿਹਦੇ ਮਾਪਿਓ ਬਹੁਤ ਅਮੀਰ ਸੀਗੇ ਜਾਂ ਜਿਹਦੇ ਕੋਲ ਪਹਿਲਾਂ ਹੀ ਇੱਕ ਬੈਕਗ੍ਰਾਉਂਡ ਬਹੁਤ ਅੱਛਾ ਸੀਗਾ। ਅਕਸਰ ਤੁਸੀਂ ਮਤਲਬ ਇਤਿਹਾਸ 'ਚ ਇਹੋ ਜਿਹੇ ਇਨਸਾਨ ਪਾਓਗੇ ਕਿ ਜਿਨ੍ਹਾਂ ਕੋਲ ਆਪਣੀ ਲਾਈਫ 'ਚ ਕੁਝ ਨਹੀਂ ਸੀਗਾ। ਫॉर एग्जाम्पल ਤੁਸੀਂ APJ ਅਬਦੁਲ ਕਲਾਮ ਜੀ ਦਾ ਐਗਜ਼ਾਮਪਲ ਲੈ ਸਕਦੇ ਹੋ। ਉਹ ਨਾ ਹੀ ਸਿਰਫ ਇੰਡੀਆ ਦੇ ਪ੍ਰੈਜ਼ੀਡੈਂਟ ਬਣੇ ਬਟ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਰਿਸਪੈਕਟਫੁਲ ਪ੍ਰੈਜ਼ੀਡੈਂਟ ਮੰਨੇ ਜਾਂਦੇ ਨੇ। ਤੇ ਉਹ ਸਾਰਾ ਕੁਝ ਕਿੱਦਾਂ ਹੋਇਆ ਹੈ ਨਾ, ਉਸੇ ਚੀਜ਼ ਬਾਰੇ ਲੇਖਕ ਇੱਕ ਆਈਡੀਆ ਦੇ ਰਿਹਾ ਹੈ। ਲੇਖਕ ਕਹਿ ਰਿਹਾ ਹੈ ਕਿ ਜਿਹੜੇ ਵੀ ਸਫਲ ਲੋਕ ਹੁੰਦੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਇਦਾਂ ਦੇ ਪ੍ਰਿੰਸੀਪਲਸ ਹੁੰਦੇ ਆ, ਕੁਝ ਸਿਧਾਂਤ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਜੇ ਧਿਆਨ ਨਾਲ ਦੇਖੋਗੇ ਉਹਨਾਂ ਦੀ ਜ਼ਿੰਦਗੀ ਨੂੰ ਤਾਂ ਉੱਥੋਂ ਤੁਸੀਂ ਉਹਨਾਂ ਸਿਧਾਂਤਾਂ ਨੂੰ ਨੋਟ ਕਰ ਸਕਦੇ ਹੋ, ਤੁਸੀਂ ਉਹਨਾਂ ਸਿਧਾਂਤਾਂ ਨੂੰ ਸਮਝ ਸਕਦੇ ਹੋ। ਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜੇ ਤੁਸੀਂ ਕੁਝ ਸਫਲ ਲੋਕਾਂ ਦੀ ਜ਼ਿੰਦਗੀ ਦੇ ਸਿਧਾਂਤਾਂ ਨੂੰ ਦੇਖੋਗੇ ਤਾਂ ਤੁਸੀਂ ਇਹ ਗੱਲ ਪਾਓਗੇ ਕਿ ਉਹਨਾਂ ਦੇ ਜਿਹੜੇ ਸਿਧਾਂਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਫੋਲੋ ਕਰੇ ਉਹ ਕਾਫੀ ਸਿਮਿਲਰ ਨੇ। ਕਿਉਂਕਿ ਦੇਖੋ ਦੋਸਤੋ, ਸੱਚ ਇੱਕ ਹੈ ਨਾ। ਮਤਲਬ ਝੂਠ ਕਈ ਪ੍ਰਕਾਰ ਦੇ ਹੋ ਸਕਦੇ ਆ, ਸੱਚ ਕੁਝ ਇਦਾਂ ਦੇ ਹੁੰਦੇ ਆ ਜਿਹੜੇ ਮੋਮੈਂਟੈਰੀਲੀ ਟਰੁੱਥ ਹੁੰਦੇ ਆ, ਹੈ ਨਾ। ਜੇ ਮੈਂ ਕਹਾਂ ਹੁਣ ਇਸ ਟਾਈਮ ਸ਼ਾਮ ਹੋ ਚੁੱਕੀ ਹੈ ਤਾਂ ਇਹ ਮੋਮੈਂਟੈਰੀਲੀ ਟਰੁੱਥ ਹੈ, ਸੂਰਜ ਢਲ ਚੁੱਕਿਆ ਹੈ ਨਾ, ਤਾਂ ਇਹ ਮੋਮੈਂਟੈਰੀਲੀ ਟਰੁੱਥ ਹੈ। ਪਰ ਜੇ ਆਪਾਂ ਇਹ ਦੇਖੀਏ ਕਿ ਕੁਝ ਯੂਨੀਵਰਸਲ ਟਰੁੱਥ ਹੁੰਦੇ ਆ ਕਿ ਰੋਜ਼ ਸਵੇਰੇ ਸੂਰਜ ਚੜ੍ਹਦਾ ਹੈ, ਇੱਕ ਯੂਨੀਵਰਸਲ ਟਰੁੱਥ ਹੈ, ਇਹਨੂੰ ਨਹੀਂ ਬਦਲਿਆ ਜਾ ਸਕਦਾ। ਕੁਦਰਤ ਦੇ ਕੁਝ ਨਿਯਮ ਨੇ, ਗ੍ਰੈਵਿਟੀ ਹੈ ਨਾ ਇੱਕ ਨਿਯਮ ਹੈ। ਜੇ ਤੁਸੀਂ ਉਹਨੂੰ ਚੈਲੰਜ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਇਟ ਇਜ਼ ਵੈਰੀ ਆਬਵੀਅਸ ਹੈ ਨਾ। ਇੱਕ ਬੜੇ ਸੋਹਣੇ ਰੈਡ ਆਥਰ ਹੂ ਸੈਡ ਕਿ ਜੇ ਤੁਸੀਂ ਗ੍ਰੈਵਿਟੀ ਨੂੰ ਚੈਲੰਜ ਕਰਨਾ ਚਾਹੁੰਦੇ ਹੋ ਤੁਸੀਂ 20ਵੀਂ ਮੰਜ਼ਲ ਤੋਂ ਛਾਲ ਮਾਰ ਕੇ ਦੇਖ ਲਓ, ਯੂ ਵਿਲ ਨੋ whether you can defeat the laws of nature or not। ਦੇਖੋ ਕੁਦਰਤ ਦੇ ਨਿਯਮ ਸੈੱਟ ਨੇ, ਉਸੇ ਤਰੀਕੇ ਨਾਲ ਕੁਦਰਤ ਨੇ ਜਿਹੜੇ ਸਾਡੇ ਸਫਲਤਾ ਦੇ ਸਿਧਾਂਤ ਬਣਾਏ ਹੋਏ ਨੇ ਉਹ ਵੀ ਸਾਰੇ ਸੈੱਟ ਹੈਗੇ ਆ। ਇਸ ਚੈਪਟਰ ਦੇ ਵਿੱਚ ਅਸੀਂ ਉਹਨਾਂ ਸਿਧਾਂਤਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਥਰ ਸਾਨੂੰ ਇੱਕ ਗੱਲ ਸਮਝਾ ਰਿਹਾ ਕਿ ਸਫਲਤਾ ਇੱਕ ਆਦਤ ਹੈ। ਬੇਸਿਕਲੀ ਇਹ ਇੱਕ ਆਦਤ ਹੈ ਜਿਹੜੀ ਤੁਸੀਂ ਪਾਉਂਦੇ ਹੋ ਕਿ ਹਰ ਕੰਮ ਨੂੰ ਮੈਂ ਇਸ ਢੰਗ ਨਾਲ ਕਰਨਾ ਹੈ ਤੇ ਸਫਲਤਾ ਤੁਹਾਨੂੰ ਮਿਲਦੀ ਜਾਂਦੀ ਹੈ। ਇੱਕ ਬਹੁਤ ਫੇਮਸ ਆਥਰ ਹੋਏ ਨੇ ਅਰਲ ਨਾਈਟਿੰਗੇਲ, ਆਥਰ ਨੇ ਉਹਨਾਂ ਨੂੰ ਕੋਟ ਕਰਿਆ ਤੇ ਉਹਨਾਂ ਦੀ ਇੱਕ ਲਾਈਨ ਸਾਡੇ ਅੱਗੇ ਰੱਖੀ ਹੈ। ਉਹ ਕਹਿੰਦੇ ਆ ਜੀ, ਪਹਿਲਾਂ ਮੈਂ ਇੰਗਲਿਸ਼ ਵਿੱਚ ਪੜ੍ਹ ਰਿਹਾ ਫਿਰ ਮੈਂ ਤੁਹਾਨੂੰ ਇਹਨੂੰ ਟਰਾਂਸਲੇਟ ਕਰਕੇ ਦੱਸਦਾ। ਉਹ ਕਹਿੰਦੇ ਸਕਸੈਸ ਇਜ਼ ਦ ਪ੍ਰੋਗਰੈਸਿਵ ਰੀਅਲਾਈਜੇਸ਼ਨ ਆਫ ਅ ਵਰਦੀ ਗੋਲ। ਇਹਦਾ ਮਤਲਬ ਹੈ ਕਿ ਸਫਲਤਾ ਇੱਕ ਸਟੈਪ ਬਾਏ ਸਟੈਪ, ਇੱਕ ਕਦਮ ਬਾਏ ਕਦਮ ਰੀਅਲਾਈਜੇਸ਼ਨ ਹੈ, ਇੱਕ ਅਚੀਵਮੈਂਟ ਹੈ। ਕਿਸ ਚੀਜ਼ ਦੀ? ਇੱਕ ਗੋਲ ਜਿਹੜਾ ਕਿ ਕੁਝ ਕੀਮਤ ਰੱਖਦਾ ਹੈ ਨਾ। ਹੁਣ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਉਹ ਕਹਿੰਦੇ ਹੈ ਕਿ ਇਹ ਸਟੈਪ ਬਾਏ ਸਟੈਪ, ਕਦਮ ਬਾਏ ਕਦਮ ਹੈ ਤਾਂ ਇਹਦਾ ਮਤਲਬ ਹੈ ਕਿ ਇਹ ਇੱਕ ਜਰਨੀ ਹੈ, ਇਹ ਇੱਕ ਯਾਤਰਾ ਹੈ। ਇਹ ਕੋਈ ਮਤਲਬ ਕੋਈ ਗੋਲ ਨਹੀਂ ਹੈ, ਕੋਈ ਡੈਸਟੀਨੇਸ਼ਨ ਨਹੀਂ ਹੈ ਜਿੱਥੇ ਤੁਸੀਂ ਪਹੁੰਚ ਕੇ ਕਹੋਗੇ ਕਿ ਹਾਂਜੀ ਮੈਂ ਹੁਣ ਸਫਲ ਹੋ ਗਿਆ। ਜੇ ਹੁਣ APJ ਅਬਦੁਲ ਕਲਾਮ ਦੀ ਆਪਾਂ ਐਗਜ਼ਾਮਪਲ ਲਈਏ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰੈਜ਼ੀਡੈਂਟ ਬਣ ਕੇ ਉਹਨਾਂ ਨੂੰ ਐ ਲੱਗਿਆ ਕਿ ਮੈਂ ਤਾਂ ਸਫਲ ਹੋ ਗਿਆ ਜੀ, ਮੇਰਾ ਤਾਂ ਕੰਮ ਖਤਮ ਹੋ ਗਿਆ। ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਉਹਨਾਂ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋ ਗਈ। ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਉਹਨਾਂ ਦੀ ਇੱਕ ਵੱਖਰੀ ਯਾਤਰਾ ਸੀਗੀ, ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਉਹਨਾਂ ਦੀ ਇੱਕ ਵੱਖਰੀ ਯਾਤਰਾ ਸ਼ੁਰੂ ਹੋ ਗਈ। ਬਿਕੋਜ਼ ਹੁਣ ਉਹਨਾਂ ਦੀ ਡੈਸਟੀਨੇਸ਼ਨ ਕੁਝ ਹੋਰ ਬਣ ਰਹੀ ਹੈ, ਉਹਨਾਂ ਦੀ ਜਰਨੀ ਕੁਝ ਹੋਰ ਬਣ ਰਹੀ ਹੈ। ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਏਗਾ ਕਿ ਸਫਲਤਾ ਇਦਾਂ ਦੀ ਕੋਈ ਡੈਸਟੀਨੇਸ਼ਨ ਨਹੀਂ ਹੈ ਜਿੱਥੇ ਅਸੀਂ ਇੱਕ ਵਾਰੀ ਪਹੁੰਚ ਜਾਾਂਗੇ ਤੇ ਅਸੀਂ ਇਹ ਕਹਾਂਗੇ ਕਿ ਹਾਂਜੀ ਅਸੀਂ ਕੁਝ ਅਚੀਵ ਕਰ ਲਿਆ। ਇਹ ਇੱਕ ਸਟੈਪ ਬਾਏ ਸਟੈਪ, ਇੱਕ ਕਦਮ ਬਾਏ ਕਦਮ ਚੱਲਣ ਵਾਲਾ ਮਾਰਗ ਹੈ। ਦੂਜੀ ਗੱਲ ਉਹਨਾਂ ਨੇ ਕਹੀ ਕਿ ਇੱਥੇ ਅਸੀਂ ਇਹਨੂੰ ਐਕਸਪੀਰੀਅੰਸ ਕਰਕੇ ਦੇਖਣਾ। ਕੋਈ ਵੀ ਬੰਦਾ ਤੁਹਾਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਦਿਵਾ ਸਕਦਾ ਕਿ ਤੁਸੀਂ ਸਫਲ ਹੈਗੇ ਹੋ ਜਾਂ ਨਹੀਂ ਹੈਗੇ ਜਦੋਂ ਤੱਕ ਤੁਸੀਂ ਆਪਣੇ ਐਕਸਪੀਰੀਅੰਸਿਸ ਨੂੰ ਨਾ ਮੰਨੋ। ਅਸਲੀ ਸਫਲਤਾ ਤੁਹਾਨੂੰ ਅੰਦਰੋਂ ਮਹਿਸੂਸ ਹੋਣੀ ਸ਼ੁਰੂ ਹੋਏਗੀ
ਬਾਹਰੋਂ ਨਹੀਂ ਹੋ ਸਕਦੀ। ਬਾਹਰੋਂ ਲੋਕੀ ਕਹਿ ਰਹੇ ਆ ਕਿ ਤੁਸੀਂ ਸਫਲ ਹੋ ਗਏ, ਤੂੰ ਬਹੁਤ ਵੱਡੀ ਅਚੀਵਮੈਂਟ ਕਰ ਲਈ। ਉਹ ਇੱਕ ਮਾਪਦੰਡ ਨਹੀਂ ਹੈਗਾ ਦੇਖਣ ਦੇ ਲਈ ਕਿ ਤੁਸੀਂ ਸਫਲ ਹੋਏ ਹੋ ਕਿ ਨਹੀਂ। ਜੋ ਤੁਹਾਨੂੰ ਅੰਦਰੋਂ ਦੇਖਣਾ ਪਏਗਾ ਉਹ ਹੈ ਕਿ ਉਹ ਤੁਹਾਨੂੰ ਅੰਦਰੋਂ ਇੰਪੋਰਟੈਂਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਉਸ ਤੋਂ ਬਾਅਦ ਜਿਹੜੀ ਇਸ ਫਾਰਮੂਲੇ ਦੇ ਵਿੱਚੋਂ ਅਰਲ ਨਾਈਟਿੰਗੇਲ ਦੇ ਸਾਨੂੰ ਸਮਝ ਆ ਰਹੀ ਹੈ, ਉਹਨਾਂ ਨੇ ਕਿਹਾ ਕਿ ਇੱਕ ਵਰਥੀ ਡ੍ਰੀਮ ਹੋਈ। ਵਰਦੀ ਗੋਲ ਦਾ ਕੀ ਮਤਲਬ ਹੈਗਾ ਹੈ? ਵਰਦੀ ਦਾ ਮਤਲਬ ਹੈਗਾ ਜਿਸ ਚੀਜ਼ ਦੀ ਕੋਈ ਕੀਮਤ ਹੈਗੀ ਹੈ। ਜੇ ਤੁਹਾਡੇ ਲਈ ਇੱਕ ਗੋਲ ਦੀ ਕੀਮਤ ਹੈ ਤਾਂ ਹੀ ਤੁਸੀਂ ਉਸ ਚੀਜ਼ ਦੀ ਅਚੀਵਮੈਂਟ ਨੂੰ ਆਪਣੇ ਆਪ ਲਈ ਸਕਸੈਸ ਕਹਿ ਸਕਦੇ ਹੋ। ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਮੁਤਾਬਿਕ ਸਾਨੂੰ ਆਪਣੇ ਗੋਲਸ ਨੂੰ ਆਪ ਡਿਫਾਈਨ ਕਰਨਾ ਪਏਗਾ। ਸਾਡੇ ਗੋਲਸ ਉਹ ਹੋਣੇ ਚਾਹੀਦੇ ਆ ਜਿਹੜੇ ਸਾਡੇ ਲਈ ਕੀਮਤੀ ਹੋਣ। ਉਹ ਗੋਲਸ ਨਹੀਂ ਚੱਲਣਗੇ ਜਿਹੜੇ ਸਮਾਜ ਸਾਡੇ ਲਈ ਚਾਹੁੰਦਾ ਹੈ। ਵੀ ਸਮਾਜ ਕਹਿੰਦੇ ਇੱਕ ਬੰਦੇ ਕੋਲ ਬਹੁਤ ਪੈਸਾ ਹੋਵੇ ਤਾਂ ਬੰਦਾ ਸਫਲ ਹੁੰਦਾ। ਮੇ ਬੀ ਤੁਹਾਡੇ ਲਈ ਵੀ ਇਹ ਚੀਜ਼ ਸੱਚ ਹੋਵੇ, ਮੇ ਬੀ ਤੁਹਾਡੇ ਲਈ ਇਹ ਚੀਜ਼ ਸੱਚ ਨਾ ਹੋਵੇ। ਸ਼ਾਇਦ ਤੁਹਾਨੂੰ ਇਸ ਗੱਲ ਤੋਂ ਮਤਲਬ ਨਾ ਪੈਂਦਾ ਹੋਵੇ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈਗਾ, ਬਟ ਇਸ ਗੱਲ ਤੋਂ ਫਰਕ ਪੈਂਦਾ ਹੋਵੇ ਕਿ ਉਹ ਪੈਸਾ ਕਿਸ ਢੰਗ ਨਾਲ ਕਮਾਇਆ ਗਿਆ, ਹੈਨਾ। ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਜਿਹੜਾ ਗੋਲ ਅਸੀਂ ਸੈੱਟ ਕਰ ਰਹੇ ਹਾਂ ਕਿ ਉਹ ਸਾਡੇ ਲਈ ਨਿੱਜੀ ਕੋਈ ਵੈਲਿਊ ਰੱਖਦਾ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਗੱਲ ਕਹੀ ਹੈ ਕਿ ਗੋਲ ਹੋਣਾ ਚਾਹੀਦਾ। ਜੇ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਦੋ ਟੀਮਾਂ ਨੇ, ਇੱਕ ਬਾਲ ਹੈ, ਤੇ ਤੁਸੀਂ ਇਹ ਦੇਖਦੇ ਹੋ ਕਿ ਉਹ ਸਾਰੇ ਮੈਚ ਦੇ ਵਿੱਚ ਉਸ ਬਾਲ ਨੂੰ ਉਸ ਗੋਲ ਤੱਕ ਪਹੁੰਚਾਉਣ ਦੇ ਲਈ ਹੈਲਪ ਕਰਦੇ ਆ। ਤੁਸੀਂ ਦੁਨੀਆ ਦੇ ਬੈਸਟ ਪਲੇਅਰਸ ਨੂੰ ਲੈ ਲਓ ਤੇ ਉਸ ਗਰਾਊਂਡ ਦੇ ਵਿੱਚ ਤੁਸੀਂ ਗੋਲਸ ਨੂੰ ਚੱਕ ਦਿਓ, ਯੂ ਵਿਲ ਫਾਈਂਡ ਕਿ ਉਹ ਕੁਝ ਵੀ ਨਹੀਂ ਕਰ ਸਕਦੇ, ਹੈਨਾ। ਜਿਹੜੇ ਬੈਸਟ ਪਲੇਅਰਸ ਨੇ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ, ਜੇ ਉਹਨਾਂ ਨੂੰ ਤੁਸੀਂ ਇੱਕ ਫੁੱਟਬਾਲ ਦੇ ਗਰਾਊਂਡ ਵਿੱਚ ਖੜਾ ਕਰ ਦਿਓ ਜਿਹਦੇ ਵਿੱਚ ਕੋਈ ਗੋਲ ਹੀ ਨਹੀਂ ਹੈਗਾ, ਉਹਨਾਂ ਨੂੰ ਕੋਈ ਆਈਡੀਆ ਨਹੀਂ ਰਹੇਗਾ ਕਿ ਹੁਣ ਅਸੀਂ ਬਾਲ ਦਾ ਕਰਨਾ ਕੀ, ਹੈਨਾ। ਕਿਸੇ ਵੀ ਬੰਦੇ ਦੇ ਜਿਹੜੇ ਸਕਿੱਲਸ ਨੇ, ਜਿਹੜੀ ਪਰਫੈਕਸ਼ਨ ਹੈ, ਉਹ ਉਹਦੇ ਗੋਲ ਨੂੰ ਅਚੀਵ ਕਰਨ ਦੇ ਵਿੱਚ ਆਉਂਦੀ ਹੈ। ਉਹਦੇ ਸਾਹਮਣੇ ਚੈਲੰਜਸ ਇਦਾਂ ਆਉਂਦੇ ਆ ਕਿ ਮੇਰੇ ਸਾਹਮਣੇ ਵੀ ਇੱਕ ਬੰਦਾ ਹੈ ਤੇ ਮੈਂ ਕਿੱਦਾਂ ਇਹਦੇ ਤੋਂ ਮਤਲਬ ਬਾਲ ਨੂੰ ਬਚਾ ਕੇ ਆਪਣੇ ਗੋਲ ਤੱਕ ਲੈ ਕੇ ਜਾਣਾ ਹੈ। ਹੁਣ ਜੇ ਉਹਦੇ ਅੱਗੇ ਗੋਲ ਨਹੀਂ ਹੈਗਾ, ਉਹਦੇ ਅੱਗੇ ਇੱਕ ਉਦੇਸ਼ ਨਹੀਂ ਹੈਗਾ, ਤਾਂ ਉਹਦੀ ਡੈਸਟੀਨੇਸ਼ਨ ਨਾ ਹੋਣ ਕਰਕੇ ਉਹ ਉੱਥੇ ਹੀ ਫੇਲ ਕਰ ਜਾਂਦਾ ਹੈ ਨਾ। ਤਾਂ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕਦਮ ਬਾਏ ਕਦਮ ਹੋਏਗਾ, ਕਿ ਇਹ ਇੱਕ ਜਰਨੀ ਹੈਗੀ ਹੈ। ਸੈਕੰਡ ਸਟੈਪ, ਇਹ ਰੀਅਲਾਈਜੇਸ਼ਨ ਤੁਹਾਨੂੰ ਅੰਦਰੋਂ ਮਹਿਸੂਸ ਹੋਣੀ ਚਾਹੀਦੀ ਹੈ। ਤੁਸੀਂ ਦੁਨੀਆ ਦੀ ਪਰਿਭਾਸ਼ਾ ਦੇ ਉੱਤੇ ਨਹੀਂ ਜਾ ਸਕਦੇ। ਤੀਜੀ ਗੱਲ, ਜਿਹੜੀ ਤੁਸੀਂ ਗੋਲ ਨੂੰ ਅਚੀਵ ਕਰਨ ਦੇ ਲਈ ਗੱਲ ਕਰ ਰਹੇ ਹੋ ਕਿ ਉਹ ਤੁਹਾਡੇ ਅੰਦਰੋਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਨਿੱਜੀ ਤੌਰ ਤੇ ਤੁਹਾਨੂੰ ਇੰਪੋਰਟੈਂਟ ਲੱਗਦਾ ਹੈ। ਤੇ ਨੈਕਸਟ ਟੌਪਿਕ ਹੈਗਾ ਕਿ ਉਹ ਤੁਹਾਡੇ ਲਈ ਗੋਲ ਹੈਗਾ, ਹੈਨਾ। ਗੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਉਸ ਤੋਂ ਬਾਅਦ ਆਥਰ ਸਾਡੇ ਨਾਲ ਬਹੁਤ ਸੋਹਣੇ ਢੰਗ 'ਚ ਇੱਕ ਗੱਲ ਕਹਿ ਰਹੇ ਆ। ਉਹ ਕਹਿੰਦੇ ਦੇਖੋ, ਸਫਲ ਹੋਣ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਕੰਮ 'ਚ ਪੂਰੇ ਮਾਹਰ ਹੋਣੇ ਚਾਹੀਦੇ ਹੋ। ਸਫਲ ਹੋਣ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇੱਕ ਕੰਮ ਨੂੰ ਜਿੰਨਾ ਤੁਸੀਂ ਕੱਲ ਕਰਿਆ ਸੀ ਉਹਨੂੰ ਅੱਜ 1% ਵਧਾ ਕੇ ਕਰਨ ਨੂੰ ਤਿਆਰ ਹੈ। ਦੋਸਤੋ, ਸਮਝਣ ਦੀ ਇੱਕ ਗੱਲ ਹੈਗੀ ਹੈ ਕਿ ਜੇ ਅਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਹਾਂ ਕਿ ਉਸ ਜ਼ਿੰਦਗੀ ਨੂੰ ਜੀਣ ਦਾ ਮਕਸਦ ਕੀ ਹੈ। ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਦੀਦੀ ਨੇ ਵੀ, ਅਮਨ ਦੀਦੀ ਨੇ ਸਾਡੇ ਨਾਲ ਐਜੂਕੇਸ਼ਨ ਦੀ ਗੱਲ ਕਰੀ। ਐਜੂਕੇਸ਼ਨ ਨੂੰ ਸਮਝਣ ਦੇ ਲਈ ਇੱਕ ਚੀਜ਼ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈਗੀ ਹੈ। ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ, ਵਿੱਦਿਆ ਬੇਸਿਕਲੀ ਉਹਨੂੰ ਨਹੀਂ ਕਹਿੰਦੇ ਜਿਹੜੀ ਅਸੀਂ ਕਾਲਜ ਜਾਂ ਯੂਨੀਵਰਸਿਟੀ 'ਚ ਜਾ ਕੇ ਲੈਂਦੇ ਹਾਂ। ਬਿਕੋਜ਼ ਬੀਇੰਗ ਅ PhD ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਿਆਂ ਹੋਇਆਂ ਮੈਂ ਬਹੁਤ ਸਾਰੇ ਇੱਦਾਂ ਦੇ ਬੱਚਿਆਂ ਨੂੰ ਮਿਲਦਾ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ, ਜਿਨ੍ਹਾਂ ਨੇ ਮਾਸਟਰਸ ਕਰੀ ਹੋਈ ਹੈ, ਬਟ ਜਿਹੜੇ ਲੱਗਦੇ ਅਨਪੜ੍ਹ ਨੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਕਾਗਜ਼ੀ ਡਿਗਰੀ ਲੈ ਕੇ ਪੜ੍ਹੇ ਲਿਖੇ ਸਾਬਤ ਹੋ ਜਾਂਦੇ। ਤੁਹਾਡੀ ਐਜੂਕੇਸ਼ਨ ਇਸ ਗੱਲ ਤੋਂ ਮੈਟਰ ਕਰਦੀ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਸਿੱਖਿਆ ਕੀ ਹੈ ਨਾ। ਕਿ ਅਸੀਂ ਸਿੱਖਣਾ ਕੀ ਚਾਹੁੰਦੇ ਹਾਂ। ਅਸੀਂ ਇਹ ਸਿੱਖਣਾ ਚਾਹੁੰਦੇ ਹਾਂ ਕਿ ਜਿਸ ਢੰਗ ਨਾਲ ਮੈਂ ਅੱਜ ਆਪਣੀ ਜ਼ਿੰਦਗੀ ਨੂੰ ਜੀ ਰਿਹਾ, ਮੈਂ ਕੁਝ ਇਹੋ ਜਿਹਾ ਸਿੱਖਣਾ ਚਾਹੁੰਦਾ ਜਿਹਨੂੰ ਸਿੱਖਣ ਤੋਂ ਬਾਅਦ ਮੈਂ ਆਪਣੀ ਕੱਲ ਦੀ ਜ਼ਿੰਦਗੀ ਨੂੰ ਉਹਦੇ ਤੋਂ 1% ਘੱਟੋ ਘੱਟ ਬੈਟਰ ਕਰ ਸਕਦਾ ਹਾਂ। ਜੇ ਅੱਜ ਮੈਂ ਇੱਕ ਜ਼ਿੰਦਗੀ ਨੂੰ, ਇੱਕ ਕੰਮ ਨੂੰ ਕਰ ਰਿਹਾ, ਤਾਂ ਕੁਝ ਸਿੱਖਣ ਤੋਂ ਬਾਅਦ ਕੀ ਮੈਂ ਆਪਣੀ ਜ਼ਿੰਦਗੀ ਦੇ ਕਿਸੇ ਵੀ ਕੰਮ ਨੂੰ 1% ਬੈਟਰ ਕਰ ਸਕਦਾ। ਤੇ ਇਹੀ ਮੈਨੂੰ ਲੱਗਦਾ ਐਜੂਕੇਸ਼ਨ ਦਾ ਮਤਲਬ ਹੈਗਾ। ਇਸੇ ਚੀਜ਼ ਨੂੰ ਆਥਰ ਕਹਿੰਦਾ ਹੈ ਕਿ ਇਹ ਇੱਕ ਆਦਤ ਸਾਡੇ ਅੰਦਰ ਡਿਵੈਲਪ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਕੰਮ ਨੂੰ ਇਹ ਸੋਚੀਏ ਕਿ ਅਸੀਂ 1% ਬੈਟਰ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਸ ਤੋਂ ਬਾਅਦ ਆਥਰ ਨੇ ਜਿਹੜੀ ਅਗਲੀ ਕੰਮ ਦੀ ਗੱਲ ਕਰੀ ਹੈ, ਉਹ ਬਹੁਤ ਖੂਬਸੂਰਤ ਚੀਜ਼ ਹੈ। ਉਹ ਹੈ ਸਟਰਗਲ। ਜ਼ਿੰਦਗੀ ਦੇ ਵਿੱਚ ਕੋਈ ਵੀ ਸਫਲਤਾ ਸਾਨੂੰ ਬਿਨਾਂ ਜੂਝਣ ਤੋਂ ਨਹੀਂ ਮਿਲ ਸਕਦੀ।
ਜਦੋਂ ਤੱਕ ਅਸੀਂ ਹਿੰਮਤ ਕਰਕੇ ਕਿਸੇ ਚੀਜ਼ ਦੇ ਵਿੱਚ ਨਹੀਂ ਡਟ ਜਾਂਦੇ ਤੇ ਅਸੀਂ ਇੱਕ ਸਟਰਗਲ ਦੇ ਲਈ ਤਿਆਰ ਨਹੀਂ ਹੋ ਜਾਂਦੇ, ਇਹ ਬਹੁਤ ਮੁਸ਼ਕਿਲ ਹੈ ਕਿ ਅਸੀਂ ਕਿਸੇ ਵੀ ਚੀਜ਼ ਵਿੱਚ ਸਫਲਤਾ ਲੈ ਪਾਵਾਂਗੇ, ਹੈ ਨਾ। ਹੁਣ ਇੱਥੇ ਆਥਰ ਨੇ ਇੱਕ ਬੜਾ ਖੂਬਸੂਰਤ ਐਗਜ਼ਾਮਪਲ ਦਿੱਤਾ ਹੈ। ਆਥਰ ਨੇ ਐਗਜ਼ਾਮਪਲ ਦਿੱਤਾ ਹੈ ਕਿ ਇੱਕ ਟੀਚਰ ਸੀਗਾ, ਉਹਨੇ ਆਪਣੇ ਬੱਚਿਆਂ ਨੂੰ ਇਕੱਠਿਆਂ ਕਰਕੇ ਇੱਕ ਕੈਕੂਨ, ਮਤਲਬ ਕਿ ਜਿਹੜੀ ਬਟਰਫਲਾਈ ਤੋਂ ਪਹਿਲਾਂ ਇੱਕ ਸੁੰਡੀ ਟਾਈਪ ਹੁੰਦੀ ਹੈ, ਉਹਦੀ ਐਗਜ਼ਾਮਪਲ ਦਿੱਤੀ ਤੇ ਉਹਨੂੰ ਦਿਖਾਇਆ ਕਿ ਦੇਖੋ ਇਹ ਇੱਕ ਕੈਕੂਨ ਹੈ ਜਿਹਨੇ ਕਿ ਬਟਰਫਲਾਈ ਦੇ ਵਿੱਚ ਕਨਵਰਟ ਹੋ ਜਾਣਾ। ਤੇ ਉਹ ਸਾਰੇ ਜਦੋਂ ਉਸ ਕੋਲ ਬੈਠੇ ਸੀ ਤੇ ਆਥਰ ਨੇ ਕਿਹਾ ਕਿ ਤੁਸੀਂ ਥੋੜੀ ਦੇਰ ਲਈ ਸਿਰਫ ਇਹਨੂੰ ਦੇਖਣਾ ਹੈ, ਤੁਸੀਂ ਇਹਨੂੰ ਕੁਝ ਵੀ ਇੰਟਰਰਪਟ ਨਹੀਂ ਕਰਨਾ, ਇਹਨੂੰ ਛੇੜਖਾਨੀ ਨਹੀਂ ਕਰਨੀ, ਇਹਨੂੰ ਸਿਰਫ ਦੇਖੋ ਕਿ ਇਹ ਕਿਸ ਥੋੜੇ ਹੀ ਸਮੇਂ ਦੇ ਵਿੱਚ ਇੱਕ ਕੈਕੂਨ ਤੋਂ, ਇੱਕ ਸੁੰਡੀ ਤੋਂ ਕਿੱਦਾਂ ਇੱਕ ਬਟਰਫਲਾਈ ਦੇ ਵਿੱਚ ਕਨਵਰਟ ਹੋ ਜਾਏਗੀ। ਤੇ ਹੌਲੀ ਹੌਲੀ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਜਿਹੜੀ ਬਟਰਫਲਾਈ ਇੱਕ ਆਪਣੇ ਖੰਭ ਨੂੰ ਕੱਢਣ ਦੇ ਲਈ ਬੜੀ ਸਟਰਗਲ ਕਰ ਰਹੀ ਸੀ, ਬੜੀ ਤੜਫ ਰਹੀ ਸੀ, ਤਾਂ ਉਹਦੇ ਵਿੱਚੋਂ ਇੱਕ ਬੱਚੇ ਨੂੰ ਮਨ 'ਚ ਇਹ ਆਇਆ ਕਿ ਯਾਰ ਮੈਂ ਇਸਦੇ ਲਈ ਥੋੜੀ ਮਤਲਬ ਦਇਆ ਕਰ ਸਕਦਾ ਵੀ ਇਹਨੂੰ ਕਿੰਨੀ ਮਿਹਨਤ, ਕਿੰਨੀ ਮੁਸ਼ਕਿਲ ਕਰਨੀ ਪੈ ਰਹੀ ਹੈ, ਇਹਨੂੰ ਕਿੰਨੀ ਮਿਹਨਤ ਕਰਨੀ ਪੈ ਰਹੀ ਹੈ, ਤਾਂ ਕਿਉਂ ਨਾ ਮੈਂ ਇਹਦੀ ਮਦਦ ਕਰਾਂ। ਇਹ ਆਪਣੇ ਖੰਭਾਂ ਨੂੰ ਆਪਣੇ ਨਟ ਸ਼ੈਲ ਦੇ ਵਿੱਚੋਂ ਆਪਣੀ ਤੋੜ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਕਿਉਂ ਨਾ ਮੈਂ ਇਹਦੀ ਮਦਦ ਕਰਦਾ। ਉਹਨੇ ਇੱਕ ਬਲੇਡ ਲੈ ਕੇ ਉਹਦੇ ਸ਼ੈਲ ਨੂੰ ਕੱਟਤਾ ਦੋਨੋਂ ਪਾਸਿਓਂ, ਤੇ ਹੁਣ ਕੀ ਹੋਇਆ ਕਿ ਨਾ ਉਹਦੇ ਸ਼ੈਲ ਟੁੱਟਣ ਤੋਂ ਬਾਅਦ ਉਸ ਬਟਰਫਲਾਈ ਦੇ ਖੰਭ ਬਾਹਰ ਆਏ ਤੇ ਉਹ ਤੜਫ ਤੜਫ ਕੇ ਮਰ ਗਈ, ਹੈਨਾ। ਸਾਰੇ ਬੱਚੇ ਦੇਖ ਕੇ ਬੜੇ ਹੈਰਾਨ ਹੋਏ ਕਿ ਇਹ ਕੀ ਹੋਇਆ, ਤੇ ਜਿਹੜੇ ਬੱਚੇ ਦੇ ਮਨ ਵਿੱਚ ਉਹਦੇ ਲਈ ਦਇਆ ਆਈ ਸੀ ਉਹ ਰੋਣ ਲੱਗ ਗਿਆ, ਹੈਨਾ। ਉਹ ਆਪ ਬੜਾ ਪਰੇਸ਼ਾਨ ਹੋਇਆ ਕਿ ਇਹ ਮਰ ਕਿਉਂ ਗਈ। ਜਦੋਂ ਟੀਚਰ ਨੇ ਵਾਪਸ ਆ ਕੇ ਇਹ ਗੱਲ ਦੇਖੀ ਤਾਂ ਟੀਚਰ ਨੇ ਉਸ ਬੱਚੇ ਨੂੰ ਪਿਆਰ ਨਾਲ ਇਹ ਗੱਲ ਸਮਝਾਈ ਕਿ ਦੇਖ ਇੱਥੇ ਤੂੰ ਕਿਹੜੀ ਗੱਲ ਨਹੀਂ ਸਮਝੀ, ਜਿਹੜੀ ਬਟਰਫਲਾਈ ਸੀਗੀ ਉਹਦੇ ਖੰਭਾਂ ਦੇ ਵਿੱਚ ਖੂਨ ਤਾਂ ਜਾਣਾ ਸੀਗਾ ਜਦੋਂ ਬਾਰ-ਬਾਰ ਸਟਰਗਲ ਕਰਦੀ ਰਹਿੰਦੀ ਹੈਨਾ। ਸਟਰਗਲ ਕਰ ਕਰਕੇ ਉਹਦੇ ਖੰਭਾਂ ਤੱਕ ਖੂਨ ਪਹੁੰਚਦਾ, ਤੇ ਉਹਦੇ ਖੰਭਾਂ ਦੇ ਵਿੱਚ ਜਦੋਂ ਖੂਨ ਪਹੁੰਚਦਾ ਤੇ ਉਹਦੇ ਖੰਭ ਬਹੁਤ ਸੋਹਣੇ ਢੰਗ ਨਾਲ ਖੁੱਲਦੇ, ਤੇ ਉਹਨਾਂ ਹੀ ਖੰਭਾਂ ਦੀ ਮਦਦ ਨਾਲ ਉਹ ਉੜ ਪਾਉਂਦੀ। ਕਿਉਂਕਿ ਉਹਨੇ ਸਟਰਗਲ ਨਹੀਂ ਕਰੀ, ਉਹਦੇ ਖੰਭਾਂ ਤੱਕ ਉਹ ਖੂਨ ਨਹੀਂ ਪਹੁੰਚਿਆ, ਤੇ ਇਸ ਲਈ ਉਹ ਮਰ ਗਈ। ਦੋਸਤੋ ਇਹਦਾ ਇੱਕ ਬੜਾ ਸਿੰਪਲ ਐਗਜ਼ਾਮਪਲ ਅਸੀਂ ਆਪਣੀ ਆਪਣੀ ਬੋਡੀ ਤੋਂ ਵੀ ਲੈ ਸਕਦੇ ਹਾਂ। ਜੇ ਅਸੀਂ ਐਗਜ਼ਾਮਪਲ ਲਈਏ ਕਿ ਸਾਡੀ ਬੋਡੀ ਦੇ ਮਸਲਸ ਕਿੱਦਾਂ ਡਿਵੈਲਪ ਹੁੰਦੇ ਆ, ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਇੱਕ ਬੰਦਾ ਜਿਮ ਜਾਂਦਾ ਹੈ, ਤਾਂ ਉਹ ਜਿਮ ਜਾ ਕੇ ਜੇ ਸਪੋਜ਼ ਕਰੋ ਬਾਈਸੈਪਸ ਦੀ ਐਕਸਰਸਾਈਜ਼ ਲਗਾਉਂਦਾ ਹੈ, ਤਾਂ ਇੱਕ ਸਿਆਣਾ ਜਿਹੜਾ ਜਿਮ ਦਾ ਕੋਚ ਹੁੰਦਾ ਹੈ ਉਹਨੂੰ ਇਹ ਗੱਲ ਸਮਝਾਉਂਦਾ ਹੈ ਕਿ ਅਗਲੇ 2 ਦਿਨਾਂ ਲਈ ਤੂੰ ਬਾਈਸੈਪਸ ਦੀ ਐਕਸਰਸਾਈਜ਼ ਨਹੀਂ ਲਗਾਉਣੀ। ਜੇ ਉਹ ਇੱਕ ਦਿਨ ਲੱਤਾਂ ਦੀ ਐਕਸਰਸਾਈਜ਼ ਲਗਾਉਂਦਾ ਹੈ ਤਾਂ ਉਹਨੂੰ ਸਮਝਾਇਆ ਜਾਂਦਾ ਹੈ ਕਿ ਤੂੰ ਅਗਲੇ 2 ਦਿਨ ਲੱਤਾਂ ਦੀ ਐਕਸਰਸਾਈਜ਼ ਦੁਬਾਰਾ ਨਹੀਂ ਕਰਨੀ। ਇਹਦਾ ਕਾਰਨ ਕੀ ਹੈ ਦੋਸਤੋ? ਜਦੋਂ ਤੁਸੀਂ ਕੋਈ ਵੀ ਐਕਸਰਸਾਈਜ਼ ਕਰਦੇ ਹੋ, ਤੁਸੀਂ ਆਪਣੇ ਜਿਹੜੇ ਸੈਲਸ ਹੈਗੇ ਆ, ਮਸਲਸ ਹੈਗੇ ਆ, ਉਹਨਾਂ ਨੂੰ ਬ੍ਰੇਕ ਕਰਦੇ ਹੋ, ਤੇ ਉਸ ਤੋਂ ਬਾਅਦ ਤੁਹਾਡੀ ਬੋਡੀ ਪ੍ਰੋਟੀਨ ਨੂੰ ਯੂਜ਼ ਕਰਕੇ ਉਹਨਾਂ ਸੈਲਸ ਨੂੰ ਦੁਬਾਰਾ ਬਣਾਉਣ 'ਚ ਲੱਗ ਜਾਂਦੀ ਹੈ। ਤੇ ਬੋਡੀ ਨੂੰ ਇੱਕ ਗੱਲ ਪਤਾ ਹੈ ਕਿ ਜਿਹੜੀ ਤਾਕਤ ਦੇ ਸੈਲਸ ਨੂੰ ਤੁਸੀਂ ਪਿਛਲੀ ਵਾਰ ਤੋੜਿਆ ਉਹ ਸਫੀਸ਼ੀਐਂਟ ਨਹੀਂ ਸੀਗੇ, ਬਿਕੋਜ਼ ਉਹ ਟੁੱਟ ਗਏ, ਰਾਈਟ। ਤਾਂ ਹੁਣ ਤੁਹਾਡੇ ਮਾਈਂਡ ਨੂੰ ਇਹ ਮੈਸੇਜ ਚਲਾ ਗਿਆ ਹੈ ਕਿ ਜਿੰਨੇ ਤਾਕਤਵਰ ਪਹਿਲਾਂ ਬਣੇ ਸੀਗੇ ਉਸ ਤੋਂ ਵੱਧ ਤਾਕਤਵਰ ਮਸਲਸ ਨੂੰ ਬਣਾਉਣ ਦੀ ਜ਼ਰੂਰਤ ਹੈ। ਤੁਹਾਡੀ ਬੋਡੀ ਉਹਨਾਂ ਮਸਲਸ ਨੂੰ ਦੁਬਾਰਾ ਤੋਂ ਕ੍ਰੀਏਟ ਕਰਦੀ ਹੈ, ਪਰ ਉਹ ਪਿਛਲੀ ਵਾਰ ਨਾਲੋਂ ਤਾਕਤਵਰ ਹੁੰਦੇ ਆ। ਤੇ 2 ਦਿਨਾਂ ਬਾਅਦ ਤੁਸੀਂ ਦੁਬਾਰਾ ਉਹ ਐਕਸਰਸਾਈਜ਼ ਕਰਦੇ ਹੋ, ਤੇ ਜਿਹੜੇ ਤੁਹਾਡੇ ਨਵੇਂ ਮਸਲਸ ਬਣੇ ਆ ਤੁਸੀਂ ਉਹਨੂੰ ਦੁਬਾਰਾ ਤੋੜ ਦਿੰਦੇ ਹੋ। ਤੁਸੀਂ ਬਾਰ-ਬਾਰ ਉਸ ਚੀਜ਼ ਨੂੰ ਤੋੜਦੇ ਰਹਿੰਦੇ ਹੋ, ਤੇ ਬਾਰ-ਬਾਰ ਤੁਹਾਡੀ ਬੋਡੀ ਉਹਨਾਂ ਮਸਲਸ ਨੂੰ ਹੋਰ ਤਾਕਤਵਰ ਬਣਾਉਂਦੀ ਰਹਿੰਦੀ ਹੈ। ਇਸ ਢੰਗ ਨਾਲ ਅਸਲ 'ਚ ਸਾਡੇ ਮਸਲਸ ਡਿਵੈਲਪ ਹੁੰਦੇ ਆ। ਤਾਂ ਇੱਥੋਂ ਸਾਨੂੰ ਸਮਝਣ ਲਈ ਗੱਲ ਕੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਟਰਗਲ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ। ਉਸ ਤੋਂ ਬਾਅਦ ਆਥਰ ਨੇ ਇੱਕ ਗੱਲ ਕਹੀ ਹੈ ਕਿ ਜੇ ਤੁਸੀਂ ਕਿਸੇ ਦੀ ਵੀ ਜ਼ਿੰਦਗੀ ਨੂੰ ਦੇਖਣਾ ਹੈ, ਤਾਂ ਜੇ ਤੁਸੀਂ ਇਹ ਦੇਖਦੇ ਹੋ ਕਿ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਫਲਤਾ ਹੈਗੀ ਹੈ, ਤਾਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫੇਲੀਅਰ ਵੀ ਹੋਣ। ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ, ਦੇਖੋ ਇੰਡੀਅਨ ਕ੍ਰਿਕਟ ਬਾਰੇ ਅਸੀਂ ਸਾਰਿਆਂ ਨੇ ਸਚਿਨ ਤੰਦੂਲਕਰ ਦਾ ਨਾਮ ਸੁਣਿਆ, ਤੇ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਇੱਕ ਗੱਲ ਕਹਿੰਦੇ ਆ ਕਿ ਹੀ ਇਜ਼ ਦ ਗੋਡ ਆਫ ਕ੍ਰਿਕਟ, ਹੈ ਨਾ। ਸ਼ਾਇਦ ਇਹ ਕਿਸੇ ਹੱਦ ਤੱਕ ਗੱਲ ਗਲਤ ਵੀ ਨਾ ਹੋਵੇ, ਕਿਉਂਕਿ ਉਹਨਾਂ ਦੀ ਜੇ ਤੁਸੀਂ ਜੀਵਨ ਨੂੰ ਦੇਖੋ ਤਾਂ ਉਹਨਾਂ ਦੀ ਸਟਰਗਲ ਤੋਂ ਤੁਹਾਨੂੰ ਸਮਝ ਆਉਂਦਾ। ਇੱਕ ਹੋਰ ਕ੍ਰਿਕਟਰ ਦਾ ਅਸੀਂ ਐਗਜ਼ਾਮਪਲ ਲੈਂਦੇ ਹਾਂ ਜਿਹਦਾ ਨਾਮ ਹੈਗਾ ਵਿਨੋਦ ਕਾਂਬਲੀ। ਜਦੋਂ ਤੁਸੀਂ ਇਹ ਦੇਖੋਗੇ ਕਿ ਵਿਨੋਦ ਕਾਂਬਲੀ ਤੇ ਸਚਿਨ ਤੰਦੂਲਕਰ ਇੰਡੀਆ ਦੀ ਟੀਮ ਦੇ ਲਈ ਇਕੱਠੇ ਖੇਡ ਰਹੇ ਸੀਗੇ, ਤਾਂ ਵਿਨੋਦ ਕਾਂਬਲੀ ਦੀ ਜਿਹੜੀ ਐਵਰੇਜ ਸੀਗੀ ਉਹ ਸਚਿਨ ਤੰਦੂਲਕਰ ਨਾਲੋਂ ਬਹੁਤ ਜ਼ਿਆਦਾ ਅੱਛੀ ਸੀਗੀ।
ਤੇ ਜੇ ਤੁਸੀਂ ਉਸ ਟਾਈਮ ਦੇ ਕਿਸੇ ਵੀ ਕਮੈਂਟੇਟਰ ਦੇ ਜੇ ਤੁਸੀਂ ਕਮੈਂਟਸ ਨੂੰ ਸੁਣੋਗੇ ਤਾਂ ਉਹੀ ਗੱਲ ਕਹਿੰਦੇ ਸੀਗੇ ਕਿ ਵਿਨੋਦ ਕਾਂਬਲੀ ਸਚਿਨ ਤੰਦੂਲਕਰ ਨਾਲੋਂ ਇੱਕ ਬਹੁਤ ਜ਼ਿਆਦਾ ਟੈਲੈਂਟਡ ਬੰਦਾ ਹੈਗਾ। ਪਰ ਅੱਜ ਦੇ ਇਤਿਹਾਸ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਕਿ ਸਚਿਨ ਤੰਦੂਲਕਰ ਬਹੁਤ ਜ਼ਿਆਦਾ ਸਫਲ ਹੈਗੇ ਆ, ਪਰ ਵਿਨੋਦ ਕਾਂਬਲੀ ਉਹਨੇ ਸਫਲ ਨਹੀਂ ਹੋਏ। ਤਾਂ ਇਹਦਾ ਡਿਫਰੈਂਸ ਕਿੱਦਾਂ ਬਣਿਆ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਵਿਨੋਦ ਕਾਂਬਲੀ ਬਹੁਤ ਜ਼ਿਆਦਾ ਟੈਲੈਂਟਡ ਸੀਗੇ, ਹੈਨਾ, ਪਰ ਉਹਨਾਂ ਨੇ ਸਟਰਗਲ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਿੰਨੀ ਕਿ ਸਚਿਨ ਤੰਦੂਲਕਰ ਨੇ ਦਿੱਤੀ। ਵਿਨੋਦ ਕਾਂਬਲੀ ਜਦੋਂ ਪਹਿਲੀ ਵਾਰੀ ਵੈਸਟ ਇੰਡੀਜ਼ ਦੇ ਟੂਰ ਤੇ ਜਾਂਦੇ ਆ, ਉੱਥੇ ਟੈਸਟ ਮੈਚ ਖੇਡਦੇ ਆ, ਤਾਂ ਅਸੀਂ ਜਾਣਦੇ ਹਾਂ ਕਿ ਵੈਸਟ ਇੰਡੀਜ਼ ਦੇ ਜਿਹੜੇ ਬॉलਰ ਸੀਗੇ ਬਹੁਤ ਹੱਟੇ ਕੱਟੇ, ਬਹੁਤ ਲੰਬੇ ਚੌੜੇ ਹੁੰਦੇ ਸੀਗੇ, ਤੇ ਉਹਨਾਂ ਨੇ ਵਿਨੋਦ ਕਾਂਬਲੀ ਨੂੰ ਬਾਉਂਸਰ ਮਾਰੀ। ਹੁਣ ਵਿਨੋਦ ਕਾਂਬਲੀ ਨੇ ਅੱਜ ਤੋਂ ਪਹਿਲਾਂ ਕਦੇ ਵੈਸਟ ਇੰਡੀਜ਼ ਬੰਦਿਆਂ ਨੂੰ ਵੈਸਟ ਇੰਡੀਜ਼ ਦੇ ਪਿੱਚ ਤੇ ਖੇਡਿਆ ਨਹੀਂ ਸੀਗਾ। ਉਹਨੇ ਇੰਡੀਅਨ ਬॉलਰਸ ਨੂੰ ਖੇਡਿਆ ਸੀ ਜਿਹੜੇ ਕਿ ਕਦੇ ਬਾਉਂਸਰ ਮਾਰਦੇ ਹੀ ਨਹੀਂ ਸੀਗੇ। ਜਦੋਂ ਉਹਨੇ ਬਾਉਂਸਰ ਖੇਡੀਆਂ ਤਾਂ ਉਹਨੂੰ ਸਮਝ ਹੀ ਨਹੀਂ ਆਇਆ ਕਿ ਇੰਨੀ ਉਛਲਣ ਵਾਲੀ ਬਾਲ ਨੂੰ ਮੈਂ ਕਿੱਦਾਂ ਖੇਡਾਂ। ਤੇ ਇਹ ਇਤਿਹਾਸ ਗਵਾਹ ਹੈ, ਵਿਨੋਦ ਕਾਂਬਲੀ ਨੇ ਆਪਣੇ ਪਹਿਲੀ ਟੈਸਟ ਸੀਰੀਜ਼ ਤੋਂ ਬਾਅਦ, ਵੈਸਟ ਇੰਡੀਜ਼ ਦੀ ਟੈਸਟ ਸੀਰੀਜ਼ ਤੋਂ ਬਾਅਦ ਆਪਣੀ ਟੈਸਟ ਸੀਰੀਜ਼ ਤੋਂ ਰਿਟਾਇਰਮੈਂਟ ਲੈ ਲਈ। ਉਹਨੂੰ ਇਹ ਸਮਝ ਹੀ ਨਹੀਂ ਆਇਆ ਕਿ ਮੈਂ ਕਿੱਦਾਂ ਖੇਡਾਂ, ਤੇ ਕਿਉਂਕਿ ਉਹਨੇ ਸਟਰਗਲ ਦੀ ਇੰਪੋਰਟੈਂਸ ਨਹੀਂ ਸਮਝੀ ਸੀਗੀ, ਤੇ ਉਹਨੂੰ ਇਹ ਚੀਜ਼ ਸਮਝ ਨਹੀਂ ਆਈ ਕਿ ਸਫਲਤਾ ਦੇ ਲਈ ਸਟਰਗਲ ਕਿੰਨੀ ਹੀ ਇੰਪੋਰਟੈਂਟ ਹੈ। ਉਸੇ ਕੰਪੈरेटिवली ਜੇ ਤੁਸੀਂ ਸਚਿਨ ਨੂੰ ਦੇਖੋਗੇ ਤਾਂ ਉਹਦੀ ਸਾਰੀ ਲਾਈਫ ਇੱਕ ਸਟਰਗਲ ਦੇ ਥਰੂ ਸੀਗੀ, ਹੈਨਾ। ਇਸੇ ਤਰੀਕੇ ਨਾਲ ਅਸੀਂ ਅੱਗੇ ਜੇ ਦੇਖੀਏ ਤਾਂ ਇਸ ਕਿਤਾਬ ਦੇ ਵਿੱਚ ਆਥਰ ਨੇ ਇੱਕ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਇੱਕ ਇਨਸਾਨ ਦੀ ਜਿਹੜੀ 21 ਸਾਲ ਦੀ ਉਮਰ ਦੇ ਵਿੱਚ ਆਪਣੇ ਬਿਜ਼ਨਸ 'ਚ ਫੇਲ ਹੋ ਗਿਆ, ਉਹਦਾ ਬਿਜ਼ਨਸ ਖਤਮ ਹੋ ਗਿਆ, ਉਹ ਬੈਂਕਰਪਟ ਹੋ ਗਿਆ ਸੀਗਾ। ਫਿਰ ਉਹਨੇ ਕੰਮ ਕਰਨਾ ਸ਼ੁਰੂ ਕਰਿਆ, ਉਹ ਇਲੈਕਸ਼ਨਾਂ ਲਈ ਖੜਾ ਹੋਇਆ ਤਾਂ ਉਹ 22 ਸਾਲਾਂ ਦੀ ਉਮਰ ਦੇ ਵਿੱਚ ਇਲੈਕਸ਼ਨ ਹਾਰ ਗਿਆ। ਉਸ ਤੋਂ ਬਾਅਦ ਉਹਨੇ ਦੁਬਾਰਾ ਬਿਜ਼ਨਸ ਨੂੰ ਖੜਾ ਕਰਿਆ ਤਾਂ 24 ਸਾਲਾਂ ਦੀ ਉਮਰ 'ਚ ਉਹਦਾ ਬਿਜ਼ਨਸ ਫਿਰ ਤੋਂ ਫੇਲ ਹੋ ਗਿਆ। 26 ਸਾਲਾਂ ਦੀ ਉਮਰ ਦੇ ਵਿੱਚ ਉਹਦੀ ਜਿਹੜੀ ਲਾਈਫ ਪਾਰਟਨਰ ਸੀਗੀ ਜਿਹਨੂੰ ਉਹ ਪਿਆਰ ਕਰਦਾ ਸੀਗਾ, ਉਹਦੀ ਡੈਥ ਹੋ ਗਈ। ਉਹਨੂੰ ਉਹਦੇ ਤੋਂ ਬਹੁਤ ਵੱਡਾ ਸਦਮਾ ਲੱਗਿਆ। 27 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਮੈਂਟਲ ਜਿਹੜਾ ਬੈਲੈਂਸ ਸੀਗਾ ਉਹ ਗਵਾ ਲਿਆ। ਫਿਰ ਬਹੁਤ ਜ਼ਿਆਦਾ ਸਟਰਗਲ ਕਰਨ ਤੋਂ ਬਾਅਦ ਉਹ ਜਦੋਂ ਠੀਕ ਹੋਏ ਤਾਂ ਉਹਨਾਂ ਨੇ ਫਿਰ ਤੋਂ ਇਲੈਕਸ਼ਨਾਂ ਲਈ ਜੁਆਇਨ ਕਰਿਆ ਤਾਂ 34 ਸਾਲਾਂ ਦੀ ਉਮਰ 'ਚ ਉਹ ਫਿਰ ਤੋਂ ਇਲੈਕਸ਼ਨ ਹਾਰ ਗਏ। ਉਹਨਾਂ ਨੇ ਕੁਛ ਮਿਹਨਤ ਕਰੀ, ਜ਼ਿੰਦਗੀ 'ਚ ਡਿਵੈਲਪ ਕਰਿਆ ਆਪਣੇ ਆਪ ਨੂੰ। 45 ਸਾਲਾਂ ਦੀ ਉਮਰ 'ਚ ਫਿਰ ਤੋਂ ਇਲੈਕਸ਼ਨਾਂ 'ਚ ਖੜੇ ਹੋਏ, ਉਹ ਫਿਰ ਤੋਂ ਹਾਰ ਗਏ। ਉਸ ਤੋਂ ਬਾਅਦ ਉਹਨਾਂ ਨੇ 47 ਸਾਲਾਂ ਦੀ ਉਮਰ ਦੇ ਵਿੱਚ ਫਿਰ ਇੱਕ ਇਲੈਕਸ਼ਨ ਲੜਿਆ, ਉਹ ਫਿਰ ਤੋਂ ਹਾਰ ਗਏ। ਉਸ ਤੋਂ ਬਾਅਦ ਉਹਨਾਂ ਨੇ 49 ਈਅਰਸ ਦੀ ਏਜ ਦੇ ਵਿੱਚ ਦੁਬਾਰਾ ਤੋਂ ਇਲੈਕਸ਼ਨ ਲੜਿਆ, ਉਹ ਫਿਰ ਤੋਂ ਹਾਰ ਗਏ। ਬਟ 52 ਸਾਲਾਂ ਦੀ ਉਮਰ ਦੇ ਵਿੱਚ ਉਹ ਅਮਰੀਕਾ ਦੇ ਪ੍ਰਧਾਨ ਮੰਤਰੀ ਬਣ ਗਏ। ਤੇ ਸਿਰਫ ਇਹ ਨਹੀਂ ਕਿ ਉਹ ਪ੍ਰਧਾਨ ਮੰਤਰੀ ਬਣ ਗਏ, ਉਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਦੇ ਸਭ ਤੋਂ ਇੰਪੋਰਟੈਂਟ ਮੰਨੇ ਜਾਣ ਵਾਲੇ ਪ੍ਰੈਜ਼ੀਡੈਂਟ ਦੇ ਵਿੱਚੋਂ ਨੇ। ਉਹਨਾਂ ਦਾ ਨਾਮ ਹੈਗਾ ਇਬਰਾਹਿਮ ਲਿੰਕਨ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਇਬਰਾਹਿਮ ਲਿੰਕਨ ਇੰਨੇ ਸਫਲ ਹੋਏ ਤਾਂ ਤੁਸੀਂ ਅੱਜ ਦੇ ਟਾਈਮ 'ਚ ਇਹ ਨਹੀਂ ਯਾਦ ਕਰਦੇ ਕਿ ਉਹ ਕਿੰਨੀ ਵਾਰੀ ਫੇਲ ਹੋਏ। ਮੈਨੂੰ ਵੀ ਨਿੱਜੀ ਤੌਰ ਤੇ ਇਸ ਤੋਂ ਪਹਿਲਾਂ ਜਦੋਂ ਮੈਂ ਕਿਤਾਬ ਦੇ ਵਿੱਚ ਪਹਿਲੀ ਵਾਰੀ ਉਹਨਾਂ ਦੀ ਜ਼ਿੰਦਗੀ ਬਾਰੇ ਪੜ੍ਹਿਆ ਤਾਂ ਇਹ ਗੱਲ ਸਮਝ ਆਈ ਕਿ ਇਹ ਇਨਸਾਨ ਨੇ ਐਡੀ ਵੱਡੀ ਸਫਲਤਾ ਪਾਉਣ ਤੋਂ ਪਹਿਲਾਂ ਐਡੀ ਵੱਡੀ ਅਸਫਲਤਾ ਨੂੰ ਝੱਲਿਆ ਹੈ। ਕੁਦਰਤ ਨੇ ਉਹਨਾਂ ਨੂੰ ਖੜਕਾ ਕੇ ਠੋਕ ਵਜਾ ਕੇ ਦੇਖਿਆ ਕਿ ਕੀ ਇਸ ਸਫਲਤਾ ਦੇ ਲਾਇਕ ਹੈਗੇ ਆ। ਉਹਨਾਂ ਨੇ ਉਹਨੂੰ ਝੱਲਿਆ ਹੈ। ਅੱਜ ਜੇ ਤੁਸੀਂ ਯਾਦ ਕਰਦੇ ਹੋ ਕਿ ਸਚਿਨ ਦੀ ਵਨਡੇ ਤੇ ਟੈਸਟ ਮੈਚ ਦੇ ਵਿੱਚ ਮੈਕਸਿਮਮ ਨੰਬਰ ਆਫ ਸੈਂਚਰੀਜ਼ ਹੈਗੀਆਂ, ਤਾਂ ਤੁਸੀਂ ਇਹ ਨਹੀਂ ਯਾਦ ਕਰਦੇ ਕਿ ਸਚਿਨ ਕਿੰਨੇ ਮੈਚਾਂ ਦੇ ਵਿੱਚ ਸੈਂਚਰੀਜ਼ ਨਹੀਂ ਬਣਾ ਪਾਏ, ਹੈਨਾ। ਤੁਸੀਂ ਇਹ ਯਾਦ ਕਰਦੇ ਹੋ ਕਿ ਮੈਕਸਿਮਮ ਨੰਬਰ ਆਫ ਸੈਂਚਰੀਜ਼ ਸਚਿਨ ਦੀਆਂ ਹੈਗੀਆਂ, ਤਾਂ ਉਹਨਾਂ ਦੀ ਸਫਲਤਾ ਨੂੰ ਗਿਣਿਆ ਜਾਂਦਾ ਹੈ, ਉਹਨਾਂ ਦੀ ਅਸਫਲਤਾ ਨੂੰ ਨਹੀਂ ਗਿਣਿਆ ਜਾਂਦਾ। ਇੱਥੇ ਦੋਸਤੋ ਇੱਕ ਨਿੱਜੀ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ। ਆਥਰ ਇੱਥੇ ਸਾਨੂੰ ਬਹੁਤ ਸਾਰੇ ਐਗਜ਼ਾਮਪਲਸ ਦਿੰਦੇ ਆ, ਚਲੋ ਪਹਿਲਾਂ ਉਹਨਾਂ ਦੀ ਗੱਲ ਕਰਦੇ ਹਾਂ। ਅਸੀਂ ਇੱਕ ਬਹੁਤ ਫੇਮਸ ਬ੍ਰਾਂਡ ਬਾਰੇ ਸੁਣਦੇ ਹਾਂ, KFC ਬਾਰੇ। KFC ਦਾ ਕੀ ਇਤਿਹਾਸ ਸੀਗਾ। 65 ਸਾਲਾਂ ਦੀ ਉਮਰ ਹੈ, ਇੱਕ ਬੰਦਾ ਫੌਜ ਤੋਂ ਰਿਟਾਇਰ ਹੋਇਆ ਤੇ ਉਹਦੇ ਕੋਲ $100 ਦਾ ਚੈੱਕ ਹੈਗਾ ਜਿਹੜਾ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਮਿਲਿਆ। ਉਹਨੂੰ ਸਮਝ ਨਹੀਂ ਆ ਰਿਹਾ ਕਿ ਉਹ ਜ਼ਿੰਦਗੀ ਦੇ ਵਿੱਚ ਕੀ ਕਰੇ, ਤੇ ਉਹ ਆਪਣੀ ਮਦਰ ਦੀ ਬਣਾਈ ਹੋਈ ਚਿਕਨ ਦੀ ਰੈਸਿਪੀ ਨੂੰ ਲੋਕਾਂ ਦੇ ਵੱਲ ਲੈ ਕੇ ਜਾਂਦਾ ਕਿ ਮੈਨੂੰ ਇਹਨਾਂ ਤੋਂ ਆਰਡਰ ਮਿਲਣਗੇ। ਉੱਥੋਂ KFC ਦਾ ਇੱਕ ਜਨਮ ਹੋਇਆ। ਤੇ ਜੇ ਅਸੀਂ ਇਹ ਦੇਖੀਏ ਕਿ ਉਹਨਾਂ ਨੇ ਕਿੰਨੇ ਲੋਕਾਂ ਤੋਂ ਰਿਜੈਕਸ਼ਨ ਲਈ, ਦੈਨ ਇਟ ਇਜ਼ ਸੈਡ ਕਿ ਕਰਨਲ ਸੈਂਡਲਸ ਇਹ ਗੱਲ ਕਹਿੰਦੇ ਆ ਕਿ ਮੋਰ ਦੈਨ 1000 1000 ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਨਾ ਕਰੀ ਇਸ ਤੋਂ ਪਹਿਲਾਂ ਕਿ ਕੋਈ ਪਹਿਲਾ ਇਨਸਾਨ ਉਹਨਾਂ ਨੂੰ ਹਾਂ ਕਰ। ਮਤਲਬ ਜੇ ਉਹ 999 ਵਾਰੀ ਨਾ ਸੁਣ ਕੇ ਛੱਡ ਦਿੰਦੇ
ਤਾਂ ਅੱਜ ਸਾਡੇ ਕੋਲ ਦੁਨੀਆ ਦੇ ਵਿੱਚ KFC ਨਾ ਹੁੰਦਾ, ਹੈ ਨਾ। ਤੇ ਇਹ ਸਮਝ ਆਉਂਦਾ ਹੈ ਕਿ ਇੱਕ ਛੋਟਾ ਜਿਹਾ ਬੰਦਾ ਇੱਕ ਛੋਟੇ ਜਿਹੇ ਉਪਰਾਲੇ ਨੂੰ ਜੇ ਲਗਾਤਾਰਤਾ ਨਾਲ ਕਰਦਾ ਰਹੇ ਤਾਂ ਉਹ ਕਿੰਨਾ ਸਫਲ ਹੋ ਸਕਦਾ ਹੈ। ਹੈਨਰੀ ਫੋਰਡ, ਅੱਜ ਦੇ ਟਾਈਮ ਤੁਸੀਂ ਫੋਰਡ ਦੀਆਂ ਗੱਡੀਆਂ ਦਾ ਐਗਜ਼ਾਮਪਲ ਸੁਣਦੇ ਆ, ਉਹਨਾਂ ਨੇ ਪਹਿਲੀ ਵਾਰ ਜਦੋਂ ਗੱਡੀ ਬਣਾਈ ਉਹ ਰਿਵਰਸ ਗੇਅਰ ਪਾਉਣਾ ਭੁੱਲ ਗਏ, ਤਾਂ ਉਹਨਾਂ ਦੀ ਗੱਡੀ ਪਿੱਛੇ ਨੂੰ ਜਾ ਹੀ ਨਹੀਂ ਸਕਦੀ ਸੀ, ਸਿਰਫ ਅੱਗੇ ਨੂੰ ਜਾ ਸਕਦੀ ਸੀ। ਪਰ ਉਹਨਾਂ ਨੇ ਇਸ ਇੰਨੇ ਵੱਡੇ ਫੇਲੀਅਰ ਨੂੰ ਆਪਣਾ ਫੇਲੀਅਰ ਨਹੀਂ ਸਮਝਿਆ। ਰਾਈਟ ਬ੍ਰਦਰਜ਼ ਨੂੰ ਜਦੋਂ ਉਹਨਾਂ ਨੇ ਆਪਣੇ ਪਲੇਨ ਦੀ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰੀ, ਸਾਰੀ ਦੁਨੀਆ ਨੇ ਨਕਾਰਿਆ, ਸਾਰੀ ਦੁਨੀਆ ਨੇ ਉਹਨਾਂ ਦੀ ਬੇਇੱਜ਼ਤੀ ਕਰੀ ਕਿ ਇਹ ਲੋਕ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ, ਇਹ ਇੱਕ ਹਵਾ ਤੋਂ ਭਾਰੀ ਮਸ਼ੀਨ ਬਣਾਉਣਗੇ ਜਿਹੜੀ ਹਵਾ ਦੇ ਵਿੱਚ ਉੜੂਗੀ। ਉਹਨਾਂ ਦੀ ਪਹਿਲੀ ਜਿਹੜੀ ਯਾਤਰਾ ਸੀਗੀ, ਜਿਹੜਾ ਪਹਿਲਾ ਟਰਾਇਲ ਸੀ, ਉਹਨਾਂ ਨੂੰ ਫੇਲੀਅਰ ਵੀ ਕਿਹਾ ਗਿਆ, ਲੇਕਿਨ ਉਸ ਤੋਂ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਦੁਬਾਰਾ ਸਕਸੀਡ ਵੀ ਕਰਿਆ ਕਿ ਉਹਨਾਂ ਨੇ ਦੁਨੀਆ ਦਾ ਪਹਿਲਾ 에ਅਰਪਲੇਨ ਵੀ ਬਣਾਇਆ, ਹੈ ਨਾ। ਏਦਾਂ ਦੇ ਬਹੁਤ ਸਾਰੇ ਐਗਜ਼ਾਮਪਲ ਸਾਡੇ ਕੋਲ ਹੈਗੇ ਆ। ਸਾਡੇ ਕੋਲ ਆਈਨਸਟਾਈਨ ਦਾ ਐਗਜ਼ਾਮਪਲ ਹੈਗਾ, ਐਡੀਸਨ ਦਾ ਐਗਜ਼ਾਮਪਲ ਹੈਗਾ ਕਿ ਜਿਹਨੂੰ ਐਡੀਸਨ ਦਾ ਬੜਾ ਖੂਬਸੂਰਤ ਐਗਜ਼ਾਮਪਲ ਹੈ 1914 ਦੇ ਵਿੱਚ ਕਿ ਉਹਦੀ ਫੈਕਟਰੀ ਨੂੰ ਅੱਗ ਲੱਗ ਗਈ ਕਿ ਉਹਦੀ ਲਾਈਫ ਲੌਂਗ ਜਿੰਨੀਆਂ ਵੀ ਆਵਿਸ਼ਕਾਰ ਸੀਗੇ ਉਹਦੇ ਵਿੱਚ ਸੀਗੇ ਉਹ ਗਵਾਚ ਗਏ, ਹੈ ਨਾ। ਤਾਂ ਐਡੀਸਨ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਸਾਨੂੰ ਕੁਝ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ, ਸਾਡੀ ਜਿੰਨੀਆਂ ਗਲਤੀਆਂ ਸੀਗੀਆਂ ਉਹ ਸਾਰੀਆਂ ਜਲ ਕੇ ਰਾਖ ਹੋ ਚੁੱਕੀਆਂ, ਹੁਣ ਅਸੀਂ ਦੁਬਾਰਾ ਤੋਂ ਆਪਣੀ ਅਚੀਵਮੈਂਟਸ ਨੂੰ ਸ਼ੁਰੂਆਤ ਤੋਂ ਸ਼ੁਰੂ ਕਰ ਸਕਦੇ, ਹੈ ਨਾ। ਐਡੀਸਨ ਦਾ ਅਸੀਂ ਐਗਜ਼ਾਮਪਲ ਇਹ ਵੀ ਸੁਣਿਆ ਕਿ ਉਹਨਾਂ ਨੇ ਇੱਕ ਬਲਬ ਨੂੰ ਬਣਾਉਣ ਤੋਂ ਪਹਿਲਾਂ 10,000 ਵਾਰੀ ਫੇਲੀਅਰ ਫੇਸ ਕੀਤਾ। ਜੇ ਉਹਨਾਂ ਨੇ ਉਹ 10,000 ਵਾਰੀਆਂ ਫੇਲੀਅਰ ਨੂੰ ਨਾ ਚੱਲਿਆ ਹੁੰਦਾ ਤਾਂ ਅੱਜ ਦੁਨੀਆ ਕੋਲ ਇੱਕ ਬਲਬ ਨਾ ਹੁੰਦਾ। ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝ ਕੇ ਇੱਕ ਗੱਲ ਵੱਲ ਲੈ ਕੇ ਜਾਂਦੀਆਂ ਨੇ ਕਿ ਇਨਸਾਨ ਦੀ ਸਭ ਤੋਂ ਖੂਬਸੂਰਤ ਗੱਲ ਕੀ ਹੈ, ਇਨਸਾਨ ਨੂੰ ਸਭ ਤੋਂ ਖੂਬਸੂਰਤ ਗੁਣ ਕੀ ਮਿਲਿਆ ਤੇ ਹੁਣ ਸਾਡੇ ਲਈ ਅੱਗੇ ਸਫਲਤਾ ਦੇ ਸਿਧਾਂਤ ਕੀ ਨੇ, ਆਪਾਂ ਇਹਨਾਂ ਬਾਰੇ ਗੱਲ ਕਰਾਂਗੇ। ਸਭ ਤੋਂ ਖੂਬਸੂਰਤ ਗੱਲ ਜਿਹੜੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਜੇ ਅਸੀਂ ਇਮਾਨਦਾਰੀ ਨਾਲ ਦੇਖੀਏ ਤਾਂ ਜੇ ਅਸੀਂ ਆਪਣੇ ਟੈਲੈਂਟਸ ਨੂੰ ਦੇਖੀਏ, ਫਿਜ਼ੀਕਲ ਟੈਲੈਂਟਸ ਨੂੰ, ਤਾਂ ਸਾਰੇ ਜਾਨਵਰ ਸਾਡੇ ਨਾਲੋਂ ਵੱਧ ਤਕੜੇ, ਹੈ ਨਾ। ਅਸੀਂ ਮੱਛੀ ਵਾਂਗੂ ਸਵਿਮ ਨਹੀਂ ਕਰ ਸਕਦੇ, ਅਸੀਂ ਚਿੜੀਆਂ ਵਾਂਗੂ ਉੜ ਨਹੀਂ ਸਕਦੇ, ਅਸੀਂ ਕਿੰਨੇ ਪੰਛੀਆਂ ਵਾਂਗੂ ਦੌੜ ਨਹੀਂ ਸਕਦੇ, ਅਸੀਂ ਉਹਨਾਂ ਤੋਂ ਸਲੋ ਆ, ਹੈ ਨਾ। ਤੇ ਸਾਡੇ ਕੋਲ ਇਹੋ ਜਿਹਾ ਕੀ ਹੈ ਜਿਹੜਾ ਸਾਨੂੰ ਸਭ ਤੋਂ ਖਾਸ ਬਣਾਉਂਦਾ ਹੈ? ਉਹ ਹੈਗੀ ਹੈ ਸਾਡੀ ਸ਼ਮਤਾ ਸੋਚਣ ਦੀ ਤੇ ਅੱਗੇ ਤੋਂ ਅੱਗੇ ਆਪਣੀ ਜਨਰੇਸ਼ਨਸ ਨੂੰ ਆਪਣੇ ਐਕਸਪੀਰੀਅੰਸ ਪਾਸ ਕਰਨ ਦੀ। ਉਸ ਤੋਂ ਬਾਅਦ ਆਥਰ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਲਾਈਫ ਇਜ਼ ਫੁੱਲ ਆਫ ਚੋਇਸਸ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਤੇ ਚੋਇਸ ਲੈਂਦੇ ਹੋ। ਤੁਸੀਂ ਪਹਿਲੀ ਚੋਇਸ ਲੈ ਸਕਦੇ ਹੋ ਡਿਸਪਲਿਨ ਦੀ, ਦੂਜੀ ਚੋਇਸ ਲੈ ਸਕਦੇ ਹੋ ਫੇਲੀਅਰ ਦੀ। ਤੁਸੀਂ ਪਹਿਲੀ ਚੋਇਸ ਲੈ ਸਕਦੇ ਹੋ ਕੁਝ ਠਾਣ ਕੇ ਕੁਝ ਕਰਨ ਦੀ, ਦੂਜੀ ਚੋਇਸ ਲੈ ਸਕਦੇ ਹੋ ਕੁਝ ਨਾ ਕਰਨ ਦੀ। ਹਰ ਜਗ੍ਹਾ ਤੇ ਤੁਸੀਂ ਚੋਇਸ ਲੈ ਸਕਦੇ ਹੋ। ਚਾਹੇ ਤੁਸੀਂ ਜਿੱਤਣ ਦੀ ਚੋਇਸ ਲੈ ਲਓ, ਚਾਹੇ ਤੁਸੀਂ ਇਸ ਚੋਇਸ ਲੈ ਲਓ ਕਿ ਮੈਂ ਕੁਝ ਨਹੀਂ ਕਰੂੰਗਾ ਕਿਉਂਕਿ ਮੈਨੂੰ ਲੱਗਦਾ ਮੈਂ ਹਾਰ ਜਾਊਂਗਾ, ਹੈ ਨਾ। ਤਾਂ ਹੁਣ ਆਥਰ ਸਾਡੇ ਸਾਹਮਣੇ ਉਹਨਾਂ ਕੁਝ ਪੁਆਇੰਟਸ ਨੂੰ ਲੈ ਕੇ ਆ ਰਿਹਾ ਹੈ ਜਿਨ੍ਹਾਂ ਨੂੰ ਕਰਨ ਦੀ ਸਮਝਣ ਦੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰਤ ਹੈ। ਪਹਿਲੀ ਗੱਲ ਉਹ ਕਹਿੰਦੇ ਆ ਕਿ ਇੱਕ ਇੱਛਾ ਹੋਣੀ ਸਾਡੇ ਅੰਦਰ ਬਹੁਤ ਜ਼ਰੂਰੀ ਹੈ। ਅਸੀਂ ਪਹਿਲਾਂ ਵੀ ਇਸ ਚੀਜ਼ ਨੂੰ ਡਿਸਕਸ ਕਰਿਆ ਕਿ ਸਾਡੇ ਲਈ ਗੋਲ ਬਹੁਤ ਜ਼ਰੂਰੀ ਹੈ। ਉਸੇ ਢੰਗ ਨਾਲ ਸਾਡਾ ਜਿਹੜਾ ਗੋਲ ਹੈ, ਸਾਡਾ ਗੋਲ ਕਿੱਥੋਂ ਬਣਦਾ ਹੈ? ਸਾਡੀ ਪਹਿਲਾਂ ਕੋਈ ਇੱਛਾ ਹੋਣੀ ਚਾਹੀਦੀ ਹੈ ਜਿਹਨੂੰ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ, ਤੇ ਉਸੇ ਇੱਛਾ ਤੋਂ ਸਾਡੇ ਅੰਦਰ ਇੱਕ ਗੋਲ ਦਾ ਜਨਮ ਹੁੰਦਾ ਹੈ। ਜਦੋਂ ਤੱਕ ਸਾਡੇ ਅੰਦਰ ਕੋਈ ਇੱਛਾ ਨਹੀਂ ਪੈਦਾ ਹੋਈ ਤਾਂ ਉਦੋਂ ਤੱਕ ਅਸੀਂ ਕੁਝ ਵੀ ਅਚੀਵ ਨਹੀਂ ਕਰ ਸਕਦੇ। ਸੈਕਿੰਡ ਚੀਜ਼, ਦੂਜੀ ਚੀਜ਼ ਕੀ ਹੈਗੀ ਹੈ? ਜਦੋਂ ਸਾਡੇ ਅੰਦਰ ਇੱਕ ਇੱਛਾ ਪੈਦਾ ਹੋ ਚੁੱਕੀ ਹੈ ਤਾਂ ਸਾਡੇ ਅੰਦਰ ਇੱਕ ਨਿਸ਼ਚਾ ਪੈਦਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਚੀਜ਼ ਨੂੰ ਅਚੀਵ ਕਰਨਾ। ਜਦੋਂ ਅਸੀਂ ਉਸ ਨਿਸ਼ਚੇ ਦੇ ਲਈ ਕੰਮ ਕਰਾਂਗੇ, ਸਾਡੇ ਅੰਦਰ ਸਫਲਤਾ ਦੇ ਉਹ ਸਿਧਾਂਤ ਪੈਦਾ ਹੋਣਗੇ ਕਿ ਅਸੀਂ ਹਾਰ ਨਹੀਂ ਮੰਨਾਂਗੇ, ਅਸੀਂ ਆਪਣੀ ਹਾਰ ਨੂੰ ਟੈਂਪਰੇਰੀ ਮੰਨਾਂਗੇ ਤੇ ਅਸੀਂ ਆਪਣੇ ਆਪ ਨੂੰ ਪਰਮਾਨੈਂਟ ਮੰਨਾਂਗੇ ਕਿ ਮੈਂ ਪਰਮਾਤਮਾ ਦੀ ਸੰਤਾਨ ਹੋ ਕੇ ਕਿਸੇ ਵੀ ਹਾਰ ਨਾਲੋਂ ਵੱਡਾ ਹੈਗਾ ਤੇ ਮੈਂ ਗਰੋ ਕਰ ਸਕਦਾ। ਇੱਥੇ ਮੈਨੂੰ ਇੱਕ ਬਹੁਤ ਖੂਬਸੂਰਤ ਐਗਜ਼ਾਮਪਲ ਯਾਦ ਆਉਂਦੀ ਹੈ ਕਿ ਇੱਕ ਹੈਂਡੀਕੈਪਡ ਇਨਸਾਨ ਨੇ ਜਦੋਂ ਮਾਊਂਟ ਐਵਰੈਸਟ ਨੂੰ ਚੜ੍ਹਨ ਦੀ ਪਹਿਲੀ ਵਾਰੀ ਕੋਸ਼ਿਸ਼ ਕਰੀ, ਉਹ ਅਸਫਲ ਹੋ ਗਏ। ਉਹਨਾਂ ਨੇ ਦੂਜੀ ਵਾਰੀ ਕੋਸ਼ਿਸ਼ ਕਰੀ, ਉਹ ਫਿਰ ਤੋਂ ਅਸਫਲ ਹੋ ਗਏ। ਪਰ ਦੂਜੀ ਵਾਰੀ ਵਾਪਸ ਜਾਣ ਲੱਗਿਆ ਉਹਨਾਂ ਨੇ ਮਾਊਂਟ ਐਵਰੈਸਟ ਵੱਲ ਦੇਖ ਕੇ ਇੱਕ ਗੱਲ ਕਹੀ ਕਿ ਤੂੰ ਅੱਜ ਮੇਰੇ ਤੋਂ ਜ਼ਰੂਰ ਮੈਨੂੰ ਹਰਾਇਆ ਹੈਗਾ, ਪਰ ਇਹ ਨਾ ਸਮਝੀ ਕਿ ਤੂੰ ਜਿੱਤ ਗਿਆ। ਤੂੰ ਇੱਕ ਪਹਾੜ ਹੈ, ਤੂੰ ਗਰੋ ਨਹੀਂ ਕਰ ਸਕਦਾ, ਤੂੰ ਵੱਧ ਨਹੀਂ ਸਕਦਾ। ਮੈਂ ਇੱਕ ਇਨਸਾਨ ਹੈਗਾ, ਮੈਂ ਪਰਮਾਤਮਾ ਦੀ ਸੰਤਾਨ ਹਾਂ, ਮੈਂ ਗਰੋ ਕਰੂੰਗਾ ਤੇ ਮੈਂ ਅਗਲੀ ਵਾਰੀ ਆ ਕੇ ਤੇਰੇ ਤੇ ਫਤਿਹ ਪਾਊਂਗਾ। ਤੇ ਇਹ ਇਤਿਹਾਸ ਜਾਣਦਾ ਹੈ ਕਿ ਤੀਜੀ ਵਾਰ ਦੇ ਵਿੱਚ ਉਹਨਾਂ ਨੇ ਪੂਰੀ ਸਫਲਤਾ ਦੇ ਨਾਲ ਮਾਊਂਟ ਐਵਰੈਸਟ ਨੂੰ ਕਲਾਈਂਬ ਕਰਿਆ। ਤੇ ਇਸ ਲਈ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸੇ ਵੀ ਵੱਡੀ ਸਫਲਤਾ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਕਮਿਟਮੈਂਟ ਨੂੰ ਲੈ ਕੇ ਆਉਣ ਦੀ ਜ਼ਰੂਰਤ ਹੈਗੀ।
ਤੀਜੀ ਗੱਲ ਸਾਡੇ ਅੰਦਰ ਜ਼ਰੂਰਤ ਹੈਗੀ ਹੈ ਜ਼ਿੰਮੇਵਾਰੀ ਲੈਣ ਦੀ। ਸਾਨੂੰ ਆਪਣੀ ਜ਼ਿੰਦਗੀ ਪ੍ਰਤੀ ਜ਼ਿੰਮੇਵਾਰ ਹੋਣ ਦੀ ਜ਼ਰੂਰਤ ਹੈ। ਅਸੀਂ ਬਹਾਨੇ ਬਣਾਉਣੇ ਸਾਨੂੰ ਛੱਡਣੇ ਪੈਣਗੇ। ਇੱਕ ਡਿਫਰੈਂਸ ਜਿਹੜਾ ਆਪਾਂ ਦੇਖਾਂਗੇ, ਜਿਹੜਾ ਸਫਲ ਤੇ ਆਮ ਲੋਕਾਂ ਦੇ ਵਿੱਚ ਹੁੰਦਾ ਹੈ, ਕਿ ਸਫਲ ਲੋਕ ਆਪਣੀ ਅਸਫਲਤਾ ਦੇ ਪਿੱਛੇ ਬਹਾਨੇ ਨਹੀਂ ਬਣਾਉਂਦੇ। ਅਸਫਲ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹਾਨੇ ਬਣਾ ਦਿੰਦੇ ਆ ਕਿ ਜੀ ਮੈਂ ਤਾਂ ਨਹੀਂ ਕੰਮ ਕਰ ਸਕਿਆ ਕਿਉਂਕਿ ਏਦਾਂ ਹੋ ਗਿਆ, ਓਦਾਂ ਹੋ ਗਿਆ। ਸਫਲ ਲੋਕ ਬਹਾਨੇ ਨਹੀਂ ਲੱਭਦੇ। ਸਫਲ ਲੋਕ ਸਿਰਫ ਇਹ ਜਾਣਦੇ ਆ ਕਿ ਉਹਨਾਂ ਦੀ ਇੱਕ ਡਿਜ਼ਾਇਰ ਸੀਗਾ, ਇੱਕ ਇੱਛਾ ਸੀਗੀ, ਤੇ ਉਹਨਾਂ ਦੀ ਕਮਿਟਮੈਂਟ ਹੈਗੀ ਹੈ ਕਿ ਉਹਨਾਂ ਨੇ ਉਸ ਚੀਜ਼ ਨੂੰ ਅਚੀਵ ਕਰਨਾ ਹੈ। ਤੇ ਜਦੋਂ ਉਹਨਾਂ ਨੇ ਅਚੀਵ ਕਰਨਾ ਹੈ, ਉਹ ਆਪਣੀ ਇੱਕ ਰਿਸਪੌਂਸਿਬਿਲਟੀ ਲੈ ਚੁੱਕੇ ਹੈ ਕਿ ਮੇਰੀ ਜ਼ਿੰਦਗੀ ਦੇ ਹਾਲਾਤਾਂ ਲਈ ਮੈਂ ਰਿਸਪੌਂਸਿਬਲ ਹੈਗਾ। ਤੇ ਜਦੋਂ ਉਹ ਜ਼ਿੰਮੇਵਾਰੀ ਲੈ ਲੈਂਦੇ ਆ, ਤਾਂ ਚੌਥੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਹਾਰਡ ਵਰਕ ਕਰਨ ਦੀ ਜ਼ਰੂਰਤ ਪੈਂਦੀ ਹੈ। ਉਹ ਮਿਹਨਤ ਕਰਦੇ ਆ। ਮਿਹਨਤ ਬਿਨਾਂ ਦੁਨੀਆ 'ਚ ਦੋਸਤੋ ਕੁਛ ਵੀ ਹਾਸਲ ਨਹੀਂ ਹੋਇਆ। ਤੁਸੀਂ ਕੁਛ ਵੀ ਅਚੀਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਤਾਂ ਕਰਨੀ ਪੈਣੀ ਹੈ। ਮਿਹਨਤ ਕਰ ਕਰਕੇ ਹੀ ਤੁਸੀਂ ਆਪਣੇ ਸਕਿੱਲਸ ਨੂੰ ਪਰਫੈਕਸ਼ਨ ਤੱਕ ਲੈ ਕੇ ਜਾ ਸਕਦੇ ਹੋ। ਤੇ ਇਸੇ ਚੀਜ਼ ਨਾਲ ਸਾਡਾ ਪੰਜਵਾਂ ਪੁਆਇੰਟ ਆਉਂਦਾ, ਜਿਹੜਾ ਕਿ ਆਥਰ ਕਹਿੰਦਾ ਹੈ ਕਿ ਸਾਡੇ ਅੰਦਰ ਇੱਕ ਕਰੈਕਟਰ ਦੀ ਡਿਵੈਲਪਮੈਂਟ ਹੁੰਦੀ ਹੈ। ਸਾਡੇ ਅੰਦਰ ਇੱਕ ਕਰੈਕਟਰ ਬਣ ਜਾਂਦਾ ਹੈ, ਸਾਡੇ ਅੰਦਰ ਇੱਕ ਸੁਭਾਅ ਬਣ ਜਾਂਦਾ ਹੈ। ਜਦੋਂ ਤੁਸੀਂ ਆਪਣੇ ਅੰਦਰ ਰੈਗੂਲਰ ਇਹਨਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਸੁਭਾਅ ਦੇ ਵਿੱਚ ਬਦਲ ਜਾਣਗੀਆਂ। ਤੁਹਾਡਾ ਨੇਚਰ ਬਣ ਜਾਏਗਾ ਜਾਂ ਤੁਹਾਡੇ ਸੰਸਕਾਰ ਬਣ ਜਾਣਗੇ। ਜਦੋਂ ਇਹ ਤੁਹਾਡਾ ਕਰੈਕਟਰ ਬਣ ਜਾਂਦਾ ਹੈ, ਤਾਂ ਤੁਹਾਨੂੰ ਮਿਹਨਤ ਕਰਨ ਬਾਰੇ ਸੋਚਣਾ ਨਹੀਂ ਪੈਂਦਾ। ਤੁਹਾਡੇ ਤੋਂ ਮਿਹਨਤ ਹੁੰਦੀ ਰਹਿੰਦੀ ਹੈ। ਤੁਹਾਨੂੰ ਇੱਕ ਸਫਲਤਾ ਤੋਂ ਬਾਅਦ ਦੂਜੀ ਵਾਰੀ ਮੋਟੀਵੇਟ ਨਹੀਂ ਕਰਨਾ ਪੈਂਦਾ। ਤੁਹਾਨੂੰ ਪਤਾ ਹੁੰਦਾ ਹੈ ਕਿ ਅੱਜ ਨਹੀਂ ਹੋਇਆ, ਕੱਲ ਤੇ ਕੰਮ ਨੂੰ ਦੁਬਾਰਾ ਕਰਨਾ ਹੈ, ਕਿਉਂਕਿ ਮੈਂ ਤਾਂ ਇਸ ਕੰਮ ਨੂੰ ਕਰਨਾ ਹੀ ਕਰਨਾ ਹੈ। ਇਸ ਕਰੈਕਟਰ ਨੂੰ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਿਕੋਜ਼ ਕਰੈਕਟਰ ਉਹ ਚੀਜ਼ ਹੁੰਦੀ ਹੈ ਜੋ ਤੁਸੀਂ ਹੈਗੇ ਹੋ, ਹੈ ਨਾ। ਰੈਪੂਟੇਸ਼ਨ ਉਹ ਹੁੰਦੀ ਹੈ ਜੋ ਲੋਕ ਤੁਹਾਡੇ ਬਾਰੇ ਸੋਚਦੇ ਆ। ਕਰੈਕਟਰ ਇੱਥੋਂ ਬਣਦਾ ਹੈ ਕਿ ਤੁਸੀਂ ਕੀ ਹੈਗੇ। ਨੈਕਸਟ, ਇਹਨਾਂ ਚੀਜ਼ਾਂ ਨੂੰ ਅਚੀਵ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈਗੀ ਹੈ, ਉਹ ਹੈਗੀ ਹੈ ਇੱਕ ਚੜ੍ਹਦੀ ਕਲਾ ਵਾਲੀ ਸੋਚ ਰੱਖਣਾ। ਇੱਕ ਪੋਜ਼ਿਟਿਵ, ਮਤਲਬ ਸਕਾਰਾਤਮਕ ਸੋਚ ਰੱਖਣੀ ਆਪਣੇ ਅੰਦਰ। ਕਿਉਂਕਿ ਦੇਖੋ ਦੋਸਤੋ, ਦੁਨੀਆ 'ਚ ਫੇਲੀਅਰ ਤਾਂ ਸਾਰਿਆਂ ਨੂੰ ਮਿਲਣਗੇ, ਚੈਲੰਜਸ ਸਾਰਿਆਂ ਨੂੰ ਮਿਲਣਗੇ। ਉਹਨਾਂ ਤੋਂ ਬਾਹਰ ਨਿਕਲਣ ਦੇ ਲਈ ਤੇ ਉਹਨਾਂ ਨੂੰ ਲੜਦਿਆਂ ਹੋਇਆਂ ਨਿਕਲਣ ਦੇ ਲਈ, ਅੱਗੇ ਵਧਣ ਦੇ ਲਈ ਜ਼ਰੂਰੀ ਹੈਗਾ ਕਿ ਅਸੀਂ ਸਕਾਰਾਤਮਕ ਸੋਚੀਏ। ਅਸੀਂ ਇਹ ਸੋਚੀਏ ਜੇ ਇੱਕ ਚੀਜ਼ ਅੱਜ ਨਹੀਂ ਹੋਈ ਤਾਂ ਕੱਲ ਹੋ ਸਕਦੀ ਹੈ ਨਾ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਸਿਧਾਂਤ ਦੀ ਗੱਲ ਕਰੀ ਹੈ ਕਿ ਉਸ ਤੋਂ ਥੋੜਾ ਜਿਹਾ ਵੱਧ ਕਰੋ ਜੋ ਤੁਹਾਡੇ ਤੋਂ ਐਕਸਪੈਕਟ ਕਰਿਆ ਜਾਂਦਾ ਹੈ। ਅਸੀਂ ਦੇਖਾਂਗੇ ਜ਼ਿੰਦਗੀ ਦੇ ਵਿੱਚ ਤਿੰਨ ਪ੍ਰਕਾਰ ਦੇ ਲੋਕ ਹੁੰਦੇ ਆ। ਪਹਿਲੀ ਗੱਲ ਤਾਂ ਜਿਹੜੇ ਆਪਣੇ ਕੰਮ ਤੋਂ ਭੱਜਦੇ ਆ, ਤੇ ਉਹਨਾਂ ਚਿਰ ਭੱਜਦੇ ਹੀ ਰਹਿਣਗੇ, ਉਹ ਕੁਝ ਵੀ ਕੰਮ ਕਰਨ ਨੂੰ ਤਿਆਰ ਨਹੀਂ। ਦੂਜੇ ਲੋਕ ਉਹ ਹੋਣਗੇ ਜਿਹੜੇ ਸਿਰਫ ਓਨਾ ਕੁ ਕੰਮ ਕਰਨ ਨੂੰ ਤਿਆਰ ਹੋਣਗੇ ਜਿੰਨਾ ਕੁ ਕਰਕੇ ਉਹਨਾਂ ਦੀ ਜਾਨ ਬਚਦੀ ਹੋਵੇ। ਉਹਨਾਂ ਨੂੰ ਪਤਾ ਹੈ ਵੀ ਮੈਂ ਇੰਨੇ ਤੋਂ ਇੰਨੇ ਕੰਮ ਕਰਨਾ, ਉਹ ਇੰਨੇ ਤੋਂ ਇੰਨੇ ਕੰਮ ਕਰਕੇ ਵਿਹਲੇ ਹੋ ਜਾਣਗੇ। ਤੇ ਉਹ ਰਿਸਪੌਂਸਿਬਿਲਟੀ ਲੈਣ ਤੋਂ ਮਨਾ ਕਰਨਗੇ ਤੇ ਕਹਿਣਗੇ ਦੇਖੋ ਜੀ ਸਾਡਾ ਕੰਮ ਤੇ ਇੰਨਾ ਸੀਗਾ। ਤੀਜੇ ਲੋਕ ਉਹ ਹੁੰਦੇ ਆ ਜਿਹੜੇ ਜਿੰਨਾ ਉਹਨਾਂ ਨੂੰ ਕੰਮ ਮਿਲਿਆ ਹੈ, ਉਹ ਉਸ ਤੋਂ ਥੋੜਾ ਜਿਹਾ ਵੱਧ ਕਰਦੇ ਆ। ਜਿੰਨਾ ਅੱਜ ਉਹ ਕਰ ਸਕਦੇ ਆ, ਉਹ ਉਸ ਤੋਂ ਥੋੜਾ ਜਿਹਾ ਵੱਧ ਹੋਰ ਕਰਨਗੇ। ਇਹਨਾਂ ਲੋਕਾਂ ਤੋਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਇਹ ਲੋਕ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਨੇ। ਇਹ ਲੋਕ ਜ਼ਿੰਮੇਵਾਰੀ ਲੈਂਦੇ ਆ। ਤੇ ਬਹੁਤ ਹੀ ਛੇਤੀ ਤੁਸੀਂ ਦੇਖੋਗੇ ਕਿ ਲੋਕ ਉਹਨਾਂ ਤੇ ਭਰੋਸਾ ਕਰਦੇ ਆ। ਤੇ ਇਸੇ ਹੀ ਲਈ ਉਹਨਾਂ ਨੂੰ ਵੱਡੀ ਸਫਲਤਾ ਵੀ ਮਿਲਦੀ ਹੈ ਤੇ ਉਹਨਾਂ ਨੂੰ ਵੱਡੀ ਰਿਸਪੌਂਸਿਬਿਲਟੀਜ਼ ਵੀ ਮਿਲਦੀਆਂ। ਅਗਲਾ ਪੁਆਇੰਟ ਹੈਗਾ ਹੈ ਕਿ ਉਹਨਾਂ ਦੀ ਅੰਦਰ ਇੱਕ ਲਗਾਤਾਰਤਾ ਰਹਿੰਦੀ ਹੈ, ਪਰਸਿਸਟੈਂਸ ਰਹਿੰਦੀ ਹੈ ਉਹਨਾਂ ਦੇ ਅੰਦਰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਜੂਝਦੇ ਰਹਿੰਦੇ ਹਾਂ, ਅਸੀਂ ਹਾਰ ਨਹੀਂ ਮੰਨਦੇ, ਹੈਨਾ। ਇਹ ਤਾਕਤ ਸਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਇੱਕ ਵਾਰੀ ਅਸਫਲ ਹੋਣ ਤੋਂ ਬਾਅਦ ਅਸੀਂ ਹਾਰ ਨਾ ਮੰਨੀਏ। ਅਸੀਂ ਲਗਾਤਾਰਤਾ ਦੇ ਵਿੱਚ ਲੱਗੇ ਰਹੀਏ। ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਮੇਰਾ ਕੀ ਕੰਮ ਸੀਗਾ, ਮੈਂ ਕੀ ਕਰਨ ਲਈ ਇਹ ਸ਼ੁਰੂ ਕੰਮ ਕਰਿਆ ਸੀਗਾ। ਮੇਰਾ ਡਿਜ਼ਾਇਰ ਤਕੜਾ ਹੋਣਾ ਚਾਹੀਦਾ ਹੈ। ਮੇਰੀ ਜਿਹੜੀ ਕਮਿਟਮੈਂਟ ਹੈਗੀ ਹੈ, ਨਿਸ਼ਚਾ ਹੈਗਾ, ਉਹ ਤਕੜਾ ਹੋਣਾ ਚਾਹੀਦਾ ਹੈ। ਤੇ ਸਾਨੂੰ ਆਪਣੇ ਕੰਮ ਤੇ ਮਾਣ ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਸਾਨੂੰ ਉਸ ਗੱਲ ਤੇ ਮਾਣ ਹੋਵੇ। ਕਿਉਂਕਿ ਜਦੋਂ ਤੱਕ ਅਸੀਂ ਸਿਰਫ ਉਹ ਕਰ ਰਹੇ ਹਾਂ ਜੋ ਦੁਨੀਆ ਸਾਨੂੰ ਕਹਿ ਰਹੀ ਹੈ, ਅਸੀਂ ਆਪਣਾ ਬੈਸਟ ਨਹੀਂ ਦੇ ਸਕਦੇ। ਅਸੀਂ ਆਪਣਾ 100% ਕਦੇ ਵੀ ਨਹੀਂ ਦੇ ਸਕਾਂਗੇ। ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਮੈਨੂੰ ਅੰਦਰੋਂ ਕੀ ਭਾਉਂਦਾ ਹੈ, ਉਸੇ ਟਾਈਮ ਤੋਂ ਬਾਅਦ ਮੈਂ ਆਪਣਾ ਬੈਸਟ ਦੇ ਸਕੂੰਗਾ। ਉਸ ਤੋਂ ਅਗਲਾ ਪੁਆਇੰਟ ਇਹਨਾਂ ਨੇ ਕਿਹਾ ਹੈ ਕਿ ਹਮੇਸ਼ਾ ਸਿੱਖਣ ਨੂੰ ਤਿਆਰ ਰਹੋ। ਤੁਸੀਂ ਜਿੰਨਾ ਕੁਝ ਮਰਜ਼ੀ ਸਿੱਖ ਚੁੱਕੇ ਹੋ, ਤੁਸੀਂ ਜਦੋਂ ਇਹ ਸਮਝੋਗੇ ਕਿ ਮੈਂ ਸਭ ਕੁਝ ਸਿੱਖ ਲਿਆ, ਤੁਹਾਡਾ ਭਾਂਡਾ ਖਾਲੀ ਹੋ ਜਾਊਗਾ। ਇੱਕ ਸਟੂਡੈਂਟ ਬਣਨ ਨੂੰ ਤਿਆਰ ਰਹਿਣਾ ਚਾਹੀਦਾ। ਸੋਕਰੇਟਸ ਦੀ ਅਸੀਂ ਇੱਕ ਬਹੁਤ ਖੂਬਸੂਰਤ ਗੱਲ ਕੋਟ ਹੈਗੀ ਹੈ। ਸੋਕਰੇਟਸ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੂੰ ਆਪਣੇ ਟਾਈਮ ਦਾ ਵਨ ਆਫ ਦਾ ਮੋਸਟ ਲਰਨਡ ਪਰਸਨ ਹੈ, ਤੇ ਤੂੰ ਇੰਨਾ ਗਿਆਨ ਹਾਸਿਲ ਕਰਕੇ ਕੀ ਜਾਣਿਆ? ਤੇ ਉਹ ਕਹਿੰਦਾ ਮੈਂ ਸਿਰਫ ਇਹ ਜਾਣਿਆ ਕਿ ਮੈਂ ਕਿੰਨਾ ਕੁਝ ਨਹੀਂ ਜਾਣਿਆ, ਹੈ ਨਾ। ਇਗਨੋਰੈਂਟ ਬੰਦਾ ਉਹ ਹੁੰਦਾ ਹੈ ਜਿਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਮੈਂ ਕੀ ਨਹੀਂ ਜਾਣਦਾ। ਅਸਲ ਦੇ ਵਿੱਚ ਜਾਣਕਾਰ, ਜਿਹਨੂੰ ਬੰਦੇ ਨੂੰ ਗਿਆਨ ਹੁੰਦਾ, ਉਹ ਬੰਦਾ ਹੁੰਦਾ ਹੈ ਜਿਹੜਾ ਕਹਿੰਦਾ ਕਿ ਮੈਨੂੰ ਇੰਨਾ ਕੁਝ ਨਹੀਂ ਪਤਾ।
ਦੇਖੋ ਦੋਸਤੋ, ਇਹਦੇ ਇੱਥੇ ਇੱਕ ਅਸੀਂ ਐਗਜ਼ਾਮਪਲ ਲੈਂਦੇ ਹਾਂ। ਨਾਸਾ ਦੁਨੀਆ ਦੀ ਮੰਨੀ ਪ੍ਰਮੰਨੀ ਸਾਇੰਟਿਫਿਕ ਆਰਗੇਨਾਈਜੇਸ਼ਨ ਹੈ, ਜਿਹੜੀ ਵਨ ਆਫ ਦ ਲੀਡਿੰਗ ਆਰਗੇਨਾਈਜੇਸ਼ਨ ਹੈ ਸਪੇਸ ਨੂੰ ਲੈ ਕੇ। ਉਹ ਸਾਇੰਸ ਵਿੱਚ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ। ਤੇ ਨਾਸਾ ਦੀ ਇੱਕ ਕੋਟ ਹੈ ਕਿ ਮੋਰ ਦੈਨ ਦ ਨੋਨ ਦੇਰ ਇਜ਼ ਦੀ ਅਨਨੋਨ, ਕਿ ਜਿੰਨਾ ਕੁਝ ਅਸੀਂ ਜਾਣਦੇ ਹਾਂ ਉਸ ਤੋਂ ਬਹੁਤ ਜ਼ਿਆਦਾ ਹਜੇ ਇੰਨਾ ਪਿਆ ਹੈ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਹੈ ਨਾ। ਇਹ ਇੱਕ ਇਹੋ ਜਿਹੀ ਸੰਸਥਾ ਦੀ ਕੋਟ ਹੈ ਜਿਹੜੀ ਕਿ ਅੱਜ ਦੇ ਟਾਈਮ ਦੀ ਸਭ ਤੋਂ ਸਾਇੰਟਿਫਿਕ ਸੰਸਥਾ ਮੰਨੀ ਜਾਂਦੀ ਹੈ ਨਾ। ਤੇ ਸਾਨੂੰ ਇਹ ਸਮਝਣਾ ਪਊਗਾ ਕਿ ਅਸੀਂ ਇਹ ਗੱਲ ਨੂੰ ਸਮਝਣ ਲਈ ਤਿਆਰ ਹੈਗੇ ਆ ਕਿ ਕੀ ਸਾਨੂੰ ਕੀ ਕੀ ਨਹੀਂ ਪਤਾ ਹੈ ਨਾ। ਸਾਨੂੰ ਰਿਸਕ ਲੈਣ ਦੇ ਲਈ ਤਿਆਰ ਰਹਿਣਾ ਪਏਗਾ। ਰਿਸਕ ਦਾ ਕੀ ਮਤਲਬ ਹੈਗਾ? ਰਿਸਕ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੂਆ ਖੇਡੀਏ, ਸਾਨੂੰ ਚੀਜ਼ਾਂ ਨੂੰ ਸੋਚ ਸਮਝ ਕੇ ਕਰਨਾ ਪਊਗਾ। ਇੱਕ ਸਿਆਣਾ ਇਨਸਾਨ ਰਿਸਕ ਨੂੰ ਕੈਲਕੂਲੇਟ ਕਰਦਾ ਹੈ, ਉਹ ਦੇਖਦਾ ਹੈ ਕਿ ਕਿੰਨਾ ਖਤਰਾ ਹੈਗਾ ਇਸ ਕੰਮ ਨੂੰ ਕਰਨ ਦੇ ਲਈ, ਤੇ ਰਿਸਕ ਨੂੰ ਹਮੇਸ਼ਾ ਤਿਆਰੀ ਨਾਲ ਖਤਮ ਕਰਿਆ ਜਾ ਸਕਦਾ ਹੈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਬੜੀ ਸੋਹਣੀ ਖੂਬਸੂਰਤ ਗੱਲ ਸਮਝਾਈ ਹੈ ਕਿ ਦੋਸਤੋ, ਇਨਸਟੈਂਟ ਗ੍ਰੈਟੀਫਿਕੇਸ਼ਨ ਪਿੱਛੇ ਨਾ ਭੱਜੋ। ਅਸੀਂ ਇਹ ਨਾ ਸੋਚੀਏ ਕਿ ਮੈਂ ਇਹ ਕੰਮ ਕਰੂੰਗਾ ਤਾਂ ਮੈਨੂੰ ਹੁਣੇ ਕੀ ਮਿਲ ਜੂਗਾ। ਅਸੀਂ ਇਹ ਸੋਚੀਏ ਕਿ ਮੈਨੂੰ ਲੰਬੇ ਦੌੜ ਦੇ ਵਿੱਚ ਕੀ ਫਾਇਦਾ ਹੋ ਸਕਦਾ ਹੈ ਇਸ ਕੰਮ ਨੂੰ ਕਰਨ ਦੇ ਨਾਲ। ਜਦੋਂ ਤੁਸੀਂ ਆਪਣੇ ਬੱਚੇ ਨੂੰ ਪੜ੍ਹਨ ਲਈ ਸਕੂਲ 'ਚ ਪਾਉਂਦੇ ਹੋ, ਤੁਸੀਂ ਇਹ ਨਹੀਂ ਸੋਚਦੇ ਕਿ 1 ਸਾਲ ਬਾਅਦ ਇਹ ਕਿੰਨੇ ਪੈਸੇ ਕਮਾ ਲੂਗਾ। ਤੁਸੀਂ ਪਹਿਲਾਂ ਉਹਨੂੰ 10th ਕਰਾਉਂਦੇ ਹੋ, ਫਿਰ +2 ਹੁੰਦੀ ਹੈ, ਫਿਰ ਗ੍ਰੈਜੂਏਸ਼ਨ ਹੁੰਦੀ ਹੈ, ਫਿਰ ਤੁਸੀਂ ਉਹਨੂੰ ਮਾਸਟਰਸ ਵੀ ਕਰਾਉਂਦੇ ਹੋ, ਉਹਨੂੰ 15-20 ਸਾਲ ਪੜ੍ਹਾਉਂਦੇ ਹੋ। ਤੇ ਉਸੇ ਚੀਜ਼ ਨੂੰ ਇੱਥੇ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਸਾਨੂੰ ਇਨਸਟੈਂਟ ਗ੍ਰੈਟੀਫਿਕੇਸ਼ਨ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਫਿਰ ਉਹਨਾਂ ਨੇ ਕੁਝ ਪੁਆਇੰਟ ਇਹੋ ਜਿਹੇ ਦੱਸੇ ਹੈ ਕਿ ਤੁਹਾਨੂੰ ਸ਼ਾਰਟਕਟਸ ਦੇ ਪਿੱਛੇ ਭੱਜਣਾ ਛੱਡਣਾ ਪਏਗਾ। ਸਾਨੂੰ ਇਹ ਸਮਝਣਾ ਪਏਗਾ ਕਿ ਜ਼ਿੰਦਗੀ ਦੇ ਵਿੱਚ ਸਫਲਤਾ ਸ਼ਾਰਟਕਟਸ ਦੇ ਨਾਲ ਨਹੀਂ, ਹਾਰਡ ਵਰਕ ਦੇ ਨਾਲ ਮਿਲਦੀ ਹੈ। ਫਿਰ ਉਹਨਾਂ ਨੇ ਇਹ ਸਮਝਾਇਆ ਕਿ ਤੁਹਾਨੂੰ ਆਪਣੀ ਪ੍ਰਾਇੋਰਟੀਜ਼ ਨੂੰ ਡਿਫਾਈਨ ਕਰਨਾ ਪਏਗਾ। ਤੁਹਾਨੂੰ ਇਹ ਡਿਫਾਈਨ ਕਰਨਾ ਪਏਗਾ ਕਿ ਮੈਨੂੰ ਜ਼ਿੰਦਗੀ 'ਚ ਕੀ ਚਾਹੀਦਾ ਹੈ ਤੇ ਮੈਂ ਕੀ ਚੀਜ਼ਾਂ ਕਰਕੇ ਉਹਨਾਂ ਚੀਜ਼ਾਂ ਨੂੰ ਹਾਸਿਲ ਕਰਨਾ ਹੈ। ਤੁਹਾਡਾ ਟਾਈਮ ਲਿਮਿਟਿਡ ਹੈ, ਤੁਹਾਡਾ ਐਫਰਟ ਲਿਮਿਟਿਡ ਹੈ, ਤੁਹਾਡੇ ਪੈਸੇ ਲਿਮਿਟਿਡ ਹੈ। ਤੁਹਾਨੂੰ ਆਪਣੀ ਪ੍ਰਾਇੋਰਟੀਜ਼ ਨੂੰ ਬਹੁਤ ਕਲੀਅਰਲੀ ਡਿਫਾਈਨ ਕਰਨਾ ਪਏਗਾ। ਨੈਕਸਟ ਪੁਆਇੰਟ ਇਜ਼, ਸਾਡੇ ਅੰਦਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਹੈ। ਸਾਡੇ ਅੰਦਰ ਇੱਕ ਭਰੋਸਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਚੀਜ਼ ਨੂੰ ਕਰ ਸਕਦਾ। ਜੇ ਤੁਹਾਡੇ ਅੰਦਰ ਉਹ ਭਰੋਸਾ ਨਹੀਂ ਹੈਗਾ ਤਾਂ ਲੋਕ ਤੁਹਾਨੂੰ ਮੋਟੀਵੇਟ ਕਰਨਗੇ, ਪਰ ਥੋੜੀ ਦੇਰ ਬਾਅਦ ਤੁਸੀਂ ਉਸ ਚੀਜ਼ ਨੂੰ ਫਿਰ ਤੋਂ ਭੁੱਲ ਜਾਓਗੇ, ਹੈ ਨਾ। ਜਿੱਦਾਂ ਅਮਨ ਦੀਦੀ ਨੇ ਗੱਲ ਕਹੀ ਕਿ ਸਾਨੂੰ ਬਹੁਤ ਧਿਆਨ ਨਾਲ ਇਹ ਦੇਖਣਾ ਪਏਗਾ ਕਿ ਸਾਡੀ ਸੰਗਤ ਕਿੱਦਾਂ ਦੀ ਹੈ, ਕਿਉਂਕਿ ਅਸੀਂ ਜਦੋਂ ਅਟਰੈਕਟ ਕਰਦੇ ਹਾਂ ਅਸੀਂ ਚੀਜ਼ਾਂ ਨੂੰ, ਕੁਦਰਤ ਦਾ ਹੀ ਨਿਯਮ ਹੈ ਕਿ ਜੇ ਅਸੀਂ ਪੋਜ਼ਿਟਿਵ ਬੋਲਾਂਗੇ ਅਸੀਂ ਪੋਜ਼ਿਟਿਵ ਨੂੰ ਅਟਰੈਕਟ ਕਰਾਂਗੇ, ਜੇ ਅਸੀਂ ਨੈਗੇਟਿਵ ਬੋਲਾਂਗੇ ਅਸੀਂ ਨੈਗੇਟਿਵ ਨੂੰ ਅਟਰੈਕਟ ਕਰਾਂਗੇ। ਇਸੇ ਲਈ ਗੁਰਸੇਵਕ ਭਾਜੀ ਨੇ, ਜਿਹੜੇ ਸਾਡੇ ਮੇਰੇ ਇੱਕ ਲਾਈਫ ਦੇ ਮੈਂਟਰ ਨੇ, ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ, ਉਹਨਾਂ ਨੇ ਸਾਡੇ ਅੱਗੇ ਗਰੁੱਪ ਬਣਾ ਕੇ ਰੱਖਿਆ। ਤੇ ਸਾਨੂੰ ਇਸ ਗਰੁੱਪ ਦੇ ਵਿੱਚੋਂ ਇਹ ਸਮਝਣ ਨੂੰ ਮਿਲਦਾ ਹੈ ਕਿ ਅਸੀਂ ਇੱਕ ਇਨਸਾਨ ਜਦੋਂ ਆਪਣੀ ਕੁਝ ਸੋਚ ਰੱਖਾਂਗੇ ਚੜ੍ਹਦੀ ਕਲਾ ਵਾਲੀ, ਤਾਂ ਅਸੀਂ ਆਪਣੇ ਨਾਲ ਦੇ ਲੋਕਾਂ ਨੂੰ ਇੱਥੇ ਇਕੱਠੇ ਕਰ ਸਕਦੇ, ਹੈ ਨਾ। ਸਮਝਣ ਦੀ ਸਾਨੂੰ ਜ਼ਰੂਰਤ ਕੀ ਹੈ ਦੋਸਤੋ? ਅਸੀਂ ਜਿਹੜੇ ਐਗਜ਼ਾਮਪਲਸ ਨੂੰ ਸਮਝ ਰਹੇ ਹਾਂ ਇਸ ਬੁੱਕ ਦੇ ਵਿੱਚ, ਉਹਨਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਅਪਲਾਈ ਕਰੀਏ। ਅਸੀਂ ਉਹਨਾਂ ਨੂੰ ਡਿਸਕਸ ਕਰੀਏ ਆਪਣੇ ਕਿਸੇ ਮੈਂਟਰ ਦੇ ਨਾਲ, ਆਪਣੇ ਕਿਸੇ ਟੀਚਰ ਦੇ ਨਾਲ। ਤੇ ਇਹਨਾਂ ਸਾਰੀਆਂ ਗੋਲਸ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਅਸੀਂ ਸਿੱਖ ਰਹੇ ਹਾਂ, ਉਹਨਾਂ ਨੂੰ ਲਗਾਤਾਰਤਾ ਦੇ ਨਾਲ ਕਰਦੇ ਰਹੀਏ, ਕਿਉਂਕਿ ਜੇ ਅਸੀਂ ਲਗਾਤਾਰਤਾ ਦੇ ਨਾਲ ਕਰਦੇ ਰਹਾਂਗੇ ਤਾਂ ਸਾਡੀ ਜਿੱਤ ਪੱਕੀ ਹੈ। ਦਿਸ ਇਜ਼ ਆਲ ਫਰਮ ਮਾਈ ਸਾਈਡ ਜੀ। ਧੰਨਵਾਦ।